ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਪੰਜਾਬ ਚਰਚਾ। ਪਿਛਲੇ ਕੁਝ ਦਿਨਾਂ ਤੋਂ ਅਸੀਂ ਸਾਰੇ ਪੰਜਾਬੀ ਜਿਹੜੇ ਚਾਹੇ ਉਹ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਵਸਦੇ ਹੋਈਏ, ਚਾਹੇ ਸਰੀਰਕ ਤੌਰ ਤੇ ਦਿੱਲੀ ਨਾ ਹੋਈਏ, ਪਰ ਦਿਮਾਗੀ ਤੌਰ ਤੇ ਅਸੀਂ ਸਾਰੇ ਦਿੱਲੀ ਹਾਂ। ਅਸੀਂ ਹਮੇਸ਼ਾ ਗੱਲ ਕਰ ਰਹੇ ਹਾਂ ਕਿ ਕੀ ਬਣੂਗਾ, ਕੀ ਕਰ ਰਹੇ ਨੇ ਸਾਡੇ ਭਾਈ ਬੰਧੂ ਉੱਥੇ, ਕੀ ਅਸੀਂ ਆਪਣੇ ਹੱਕ ਜਿਹੜੇ ਆ ਉਹ ਲੈ ਕੇ ਮੁੜਾਂਗੇ, ਕੀ ਹੋਏਗਾ। ਦਿੱਲੀ ਦੇ ਸਾਰੇ ਬਾਰਡਰ ਜਿਹੜੇ ਨੇ ਉਹਨਾਂ ਦਾ ਤਕਰੀਬਨ ਘਿਰਾਓ ਕੀਤਾ ਹੋਇਆ। ਲਗਾਤਾਰ ਅਸੀਂ ਟੀਵੀ ਦੇ ਨਾਲ ਚਿਪਕੇ ਹੋਏ ਹਾਂ। ਮੈਂ ਇਹ ਗੱਲ ਕਹਿ ਸਕਦਾ ਕਿ ਮੈਂ ਤਾਂ ਲਗਾਤਾਰ ਅੱਜ ਕੱਲ੍ਹ ਟੀਵੀ ਦੇ ਸਾਹਮਣੇ ਬੈਠਾ ਰਹਿਣਾ ਹੈ। ਸੋ ਇਸ ਵਿਸ਼ੇ ਦੇ ਉੱਤੇ ਚਰਚਾ ਜਿਹੜੀ ਹੈ ਅੱਜ ਕੁਝ ਅਨੋਖੀ ਹੈ, ਕਿਉਂਕਿ ਇਸ ਸਾਰੇ ਨੂੰ ਕਿਸੇ ਨੇ ਆਪਣੀ ਅੱਖੀਂ ਦੇਖਿਆ ਹੈ। ਮੈਂ ਗੱਲ ਕਰ ਰਿਹਾ, ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਜੀ, ਜਿਹੜੇ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਵਿੱਚ ਸੀ ਅਤੇ ਲਗਾਤਾਰ ਜਿਹੜਾ ਸੀਗਾ ਉਹ ਆਪਣਾ ਜਿਹੜਾ ਇੱਕ ਕਹਿ ਲਓ ਕਿ ਆਪਣਾ ਜਿਹੜਾ ਵਿਚਾਰ ਹੈ ਉਹ ਸਾਡੇ ਨਾਲ ਸਾਂਝਾ ਕਰਨਗੇ ਔਰ ਦੱਸਣਗੇ ਕਿ ਕੀ ਉੱਥੇ ਜਿਹੜੇ ਮੌਜੂਦਾ ਹਾਲਾਤ ਨੇ। ਤੁਹਾਡਾ ਸਵਾਗਤ ਹੈ ਮੇਜਰ ਜੀ। ਮਿਹਰਬਾਨੀ। ਅੱਛਾ, ਤੁਸੀਂ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਹੋ। ਅਸੀਂ ਲਗਾਤਾਰ ਖਬਰਾਂ 'ਚ ਦੇਖ ਰਹੇ ਹਾਂ ਕਿ ਆਹ ਹੋ ਗਿਆ, ਕੁਝ ਹੋ ਗਿਆ। ਬਹੁਤ ਵਾਰ ਇਹ ਲੱਗ ਰਿਹਾ ਕਿ ਇਹ ਲੋਕ ਕਿਵੇਂ ਜਿਹੜਾ ਹੈ ਸਰਵਾਈਵ ਕਰ ਰਹੇ ਹੋਣਗੇ। ਉੱਥੇ ਦੇ ਅਸਲ ਹਾਲਾਤ ਕੀ ਨੇ ਮੇਜਰ ਜੀ? ਦੇਖੋ, ਗੱਲ ਇਹ ਹੈ ਕਿ ਪਹਿਲੀ ਗੱਲ ਤਾਂ 26 ਤਰੀਕ ਨੂੰ ਜੀ ਸਭ ਤੋਂ ਪਹਿਲਾਂ ਪੰਜਾਬ ਤੋਂ ਲੋਕੀ ਉੱਠ ਕੇ ਜਿਹੜਾ ਉਹ, ਕਿਉਂਕਿ ਸੱਦਾ ਹੀ ਦਿੱਤਾ ਗਿਆ ਸੀਗਾ ਵੀ ਅਸੀਂ ਦਿੱਲੀ ਚੱਲੋਗਾ ਜੀ 26 ਤੇ 27 ਨੂੰ, ਤਾਂ ਉਹਦੇ 'ਚ ਪੰਜਾਬ ਤੋਂ ਬਹੁਤ ਵੱਡੀ ਗਿਣਤੀ 'ਚ, ਕਿਉਂਕਿ ਇੱਥੋਂ ਦੇ ਲੋਕਾਂ ਨੇ ਪਿਛਲੇ 10 ਦਿਨਾਂ ਤੋਂ ਪਹਿਲਾਂ ਇੱਕ ਬੜੀਆਂ ਜ਼ੋਰਦਾਰ ਤਿਆਰੀ ਕੀਤੀ ਹੋਈ ਸੀ। ਆਪਣੀਆਂ ਟਰਾਲੀਆਂ ਨੂੰ ਤਰਪਾਲਾਂ ਪਾ ਕੇ ਕਮਰਿਆਂ ਦਾ ਰੂਪ ਦਿੱਤਾ ਸੀ ਜੀ ਔਰ ਸਾਰਾ ਰਾਸ਼ਨ ਪਾਣੀ ਰਸਦ ਲੈ ਕੇ ਸਿਲੰਡਰਾਂ ਤੋਂ, ਚੁੱਲ੍ਹਿਆਂ ਤੋਂ, ਬਰਤਨਾਂ ਤੋਂ ਉਹ ਸਾਰਾ ਆਪਣੇ ਨਾਲ ਲੱਦ ਕੇ ਰੱਖਿਆ ਸੀ ਜੀ। ਤੇ 27 ਤਰੀਕ ਸਵੇਰ ਹੁੰਦੇ ਹੀ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ, ਵੱਖ-ਵੱਖ ਕੋਨਿਆਂ ਤੋਂ ਲੋਕ ਬਹੀਰਾਂ ਘੱਤ ਕੇ ਜਿਹੜਾ ਉਹ ਦਿੱਲੀ ਵੱਲ ਨੂੰ ਚੱਲ ਪਏ ਸੀਗੇ। ਤਾਂ ਇਹ ਬੜਾ ਅਜੀਬ ਗੱਲ ਹੋਈ ਕਿ ਇੱਕ ਅੰਨਦਾਤਾ, ਪੰਜਾਬ ਦਾ ਕਿਸਾਨ, ਜਿਹੜਾ ਪਿਛਲੇ 23 ਮਹੀਨੇ ਤੋਂ ਬੜੇ ਸ਼ਾਂਤਮਈ ਢੰਗ ਨਾਲ, ਬੜੇ ਸਬਰ ਨਾਲ ਕੇਂਦਰ ਸਰਕਾਰ ਨਾਲ ਗੱਲਬਾਤ ਵੀ ਕਰ ਰਿਹਾ ਸੀ ਤੇ ਸੰਘਰਸ਼ ਵੀ ਕਰ ਰਿਹਾ ਸੀ, ਆਪਣੀ ਗੱਲ ਦੀ ਆਵਾਜ਼ ਦੀ ਪਹੁੰਚਾ ਰਿਹਾ ਸੀ। ਉਹ ਜਦੋਂ ਬੜੀ ਪੀਸਫੁਲ ਢੰਗ ਨਾਲ ਪਹਿਲੇ ਪ੍ਰੋਗਰਾਮ ਮੁਤਾਬਕ, ਕੋਈ ਨਵੀਂ ਅਚਨਚੇਤ ਨਹੀਂ ਹੋਇਆ ਸੀ ਜੀ, ਉਹ ਜਾ ਰਹੇ ਸੀ ਤਾਂ ਅੱਗੋਂ ਦੇਖਿਆ ਗਿਆ ਕਿ ਹਰਿਆਣੇ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ। ਜੀ, ਜਿਵੇਂ ਅੰਬਾਲਾ 'ਚ ਘੱਗਰ ਦਰਿਆ ਦਾ ਪੁਲ ਹੈ ਵੱਡਾ ਜੀ, ਉਹ ਪੁਲ ਨੂੰ ਵਿਚਕਾਰੋਂ ਕੈਨਾਲੀ ਤਾਰ ਲਗਾ ਦਿੱਤੀ ਗਈ, ਉੱਥੇ ਬੈਰੀਕੇਡ ਖੜੇ ਕੀਤੇ ਗਏ, ਵੱਡੇ ਸਲੈਬ ਵੱਡੇ ਸੀਮੈਂਟ ਦੇ ਉਹ ਰੱਖ ਦਿੱਤੇ ਗਏ ਔਰ ਉਹਦੇ ਪਿੱਛੇ ਟਰੱਕ ਖੜੇ ਕਰ ਦਿੱਤੇ ਗਏ। ਜੀ, ਇੱਦਾਂ ਹੀ ਖਨੌਰੀ 'ਚ ਹੋਇਆ, ਇੱਦਾਂ ਹੀ ਦੱਬ ਵਾਲੀ 'ਚ ਹੋਇਆ, ਇੱਦਾਂ ਹੀ ਹੋਰ ਬਹੁਤ ਸਾਰੇ ਘੱਟੋ ਘੱਟ 10-12 ਲੰਘੇ ਪਏ ਸੀਗੇ ਜੀ। ਮੇਜਰ ਜੀ, ਕਿਤੇ ਨਾ ਕਿਤੇ ਰਸਤੇ ਪੁੱਟੇ ਵੀ ਸੀ, ਉਹ ਕਿਸ ਜਗ੍ਹਾ ਦੇ ਉੱਤੇ ਸੀ? ਉਹ ਤੋਂ ਬਾਅਦ ਮੈਂ ਦੱਸ ਦੂੰਗਾ ਜੀ। ਇਹ ਕੀ ਹੋਇਆ ਕਿ ਜਦੋਂ ਸਾਡੇ ਕਿਸਾਨ ਉੱਥੇ ਪਹੁੰਚੇ ਤਾਂ ਉਹਨਾਂ ਦੇ ਹਿੰਮਤ, ਰੋਹ ਤੇ ਸਬਰ ਦਾ ਪਿਆਲਾ ਟੁੱਟ ਗਿਆ ਸੀ ਜੀ, ਕਿਉਂਕਿ ਉਹਨਾਂ ਲਈ ਇਹ ਬੜੀ ਇੱਕ ਮੰਦਭਾਗੀ ਗੱਲ ਸੀ ਕਿ ਘਰੋਂ ਉਹ ਬੜੇ ਇੱਕ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰਨ, ਆਪਣੀ ਗੱਲ ਕਹਿਣ ਲਈ ਕੇਂਦਰੀ ਨੇਤਾਵਾਂ ਕੋਲ ਜਾ ਰਹੇ ਸੀ ਜੀ। ਤਾਂ ਉਹਨਾਂ ਨੂੰ ਦੇਖਿਆ ਗਿਆ ਜਦੋਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੇ ਜਦੋਂ ਜਕਾਰੇ ਛੱਡੇ ਤਾਂ ਅੱਗਿਓਂ ਬੜੀਆਂ ਜ਼ੋਰਦਾਰ ਟੀਅਰ ਗੈਸ ਸ਼ੈਲ, ਜੀ, ਮਤਲਬ ਥਰੂ ਗੈਸ ਦੇ ਗੋਲੇ ਸੁੱਟੇ ਗਏ, ਪਾਣੀ ਦੀਆਂ ਵਿਛਾੜਾਂ। ਮਤਲਬ ਇਹ ਕਿੰਨੀ ਕਮੀਨੀ ਗੱਲ ਹੈ ਕਿ ਇੱਕ ਸਰਦੀ ਦੇ ਮੌਸਮ 'ਚ ਗਏ ਕਿਸਾਨਾਂ ਨੂੰ ਭੇਜ ਕੇ ਉਹਨੂੰ ਠੰਡ 'ਚ ਮਾਰਨਾ। ਜੀ, ਮਤਲਬ ਬੜੀ ਇੱਕ ਕਮੀਨਗੀ ਦੀ ਹੱਦ ਹੈ ਇਹ, ਜਾਂ ਕਹਿ ਲਈਏ ਕਿ ਇਹ ਅਣਮਨੁੱਖੀ ਘਟਨਾ ਹੈ, ਅਣਮਨੁੱਖੀ ਵਰਤਾਰਾ ਹੈਗਾ। ਬਿਲਕੁਲ, ਅਸੀਂ ਬਹੁਤ ਜਗ੍ਹਾ ਪੜ੍ਹਦੇ ਹਾਂ। ਹਾਂ, ਸਾਡੇ ਕਿਸਾਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਜੀ। ਉਹ ਲਾਈਆਂ ਰੋਕਾਂ ਤੋੜ ਕੇ ਉਹਨੇ ਆਉ ਮਾਰ ਗਿਆ। ਉਸੇ ਦਿਨ ਹੀ ਜਦੋਂ ਫਿਰ ਗਾਹਾਂ ਪਹੁੰਚੇ, ਬਹੁਤ ਸਾਰੀਆਂ ਥਾਵਾਂ ਤੇ ਰੋਕਾਂ ਨੇ, ਜਿਵੇਂ ਪਾਣੀਪਤ ਲੰਘਦੇ ਸਵਾਲ ਖਾਂ ਕਿ ਉੱਥੇ ਛੋਟਾ ਟਾਊਨ ਹੈ ਜੀ, ਉੱਥੇ ਬਹੁਤ GT ਰੋਡ ਨੂੰ ਪੱਟ ਕੇ ਖਾਈ ਜੀ, ਬੜਾ ਵੱਡਾ ਇੱਕ ਟੋਆ ਬਣਾਤਾ ਤਾਂ ਕਿ ਕਿਸਾਨ ਟਰੈਕਟਰ ਲੰਘੀ ਲੈ ਸਕਣ ਔਰ ਉੱਥੇ ਬੜੀ ਵੱਡੀ ਗਿਣਤੀ 'ਚ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ ਡਬਲ ਲੇਅਰ ਜੀ। ਫਿਰ ਪਿੱਛੇ ਟਿੱਪਰ ਜਿਹੜੇ ਵੱਡੇ ਤੇ ਕੰਟੇਨਰ ਖੜੇ ਕਰਦੇ ਗਏ, ਫਿਰ ਪਿੱਛੇ ਪੁਲਿਸ ਦੀਆਂ ਧਾੜਾਂ ਲਾ ਦਿੱਤੀਆਂ ਗਈਆਂ। ਉੱਥੇ ਵੀ ਇਹੀ ਹੋਇਆ, ਕਿਸਾਨਾਂ ਨੇ ਆਪਣੀ ਹਿੰਮਤ, ਜੋਸ਼ ਤੇ ਉਤਸ਼ਾਹ ਦਿਖਾਇਆ ਕਿ ਮਿੰਟਾਂ ਸਕਿੰਟਾਂ 'ਚ ਉਹ ਪੁੱਟੀਆਂ ਖਾਈਆਂ ਭਰਤੀਆਂ ਪੂਰ ਤੇ ਔਰ ਕੰਟੇਨਰ ਏਦਾਂ ਟਰਾਲੀਆਂ ਮਗਰ ਬੰਨ੍ਹ ਕੇ ਸੁੱਟੇ ਜਿਵੇਂ ਕੋਈ ਜਾਨਵਰਾਂ ਨੂੰ ਇੱਲਾ ਚੁੱਕ ਕੇ ਲੈ ਜਾਂਦੇ ਹੁੰਦੇ। ਇਹ ਹਾਲਤ ਉੱਤੇ ਏਦਾਂ ਕੀਤਾ ਉਹਨਾਂ ਦਾ ਜੀ। ਤਾਂ ਉਹ ਰਸਤੇ ਉੱਥੇ ਉੱਡ ਗਏ। ਫਿਰ ਉਹ ਤੋਂ ਬਾਅਦ 'ਚ ਸ਼ਾਮ ਨੂੰ ਕਰੀਬ ਉਦੋਂ ਅਗਲੇ ਦਿਨ ਦਿੱਲੀ ਬਾਰਡਰ ਤੇ ਜਦੋਂ ਕਿਸਾਨ ਪਹੁੰਚੇ ਤਾਂ ਦਿੱਲੀ ਬਾਰਡਰ ਤੇ ਸਿੰਘੂਬਾੜੀ ਜਿਹਨੂੰ ਕਹਿੰਦੇ, ਦਿੱਲੀ ਸ਼ੁਰੂ ਹੁੰਦੀ ਹੈ ਤੇ ਹਰਿਆਣਾ ਖਤਮ ਹੁੰਦਾ ਹੈ ਜੀ। ਉੱਥੇ ਬਹੁਤ ਵੱਡੀ ਗਿਣਤੀ 'ਚ
ਸੁਰੱਖਿਆ ਫੋਰਸ ਖੜੇ ਸੀ ਜੀ, ਕੰਡਿਆਲੀਆਂ ਤਾਰਾਂ ਲਾਈਆਂ ਸੀ, ਟਿੱਪਰ ਰੇਤੇ ਦੇ ਭਰ ਕੇ ਖੜੇ ਕੀਤੇ ਹੋਏ ਸੀ ਜੀ, ਤੇ ਪਿੱਛੇ ਬਹੁਤ ਦੂਰ ਤੱਕ ਹੋਰ ਇਸ ਤਰ੍ਹਾਂ ਦੇ ਟਰੱਕ ਵਗੈਰਾ ਲਾਏ ਹੋਏ ਸੀ। ਉਹ ਵੀ ਕਿਸਾਨ ਜਦੋਂ ਸਿੱਧੇ ਗਏ ਤਾਂ ਉਹਨਾਂ ਤੇ ਫਿਰ ਉੱਥੇ ਪਾਣੀ ਦੀਆਂ ਵਿਛਾੜਾਂ ਤੇ ਟੀਅਰ ਗੈਸ ਸੁੱਟੇ ਗਏ, ਬਹੁਤ ਸਾਰੇ ਲੋਕੀ ਜ਼ਖਮੀ ਹੋਏ। ਪਰ ਕਿਸਾਨਾਂ ਨੇ ਇੰਨੀ ਹਿੰਮਤ ਖਾਈ ਕਿ ਟੀਅਰ ਗੈਸ ਦੇ ਸ਼ੈਲਾਂ ਨੂੰ ਜਦੋਂ ਆਉਂਦੇ ਸੀ ਨਾ ਗੋਲੇ, ਤਾਂ ਆਪਣੇ ਉਹਨਾਂ ਨੇ ਕੱਪੜੇ ਭੇਲੇ, ਕਿਸੇ ਕੋਲ ਖੇਸੀ ਸੀ, ਕਿਸੇ ਕੋਲ ਲੋਹੇ ਸੀ, ਉਹ ਉੱਪਰ ਹੀ ਆਉਂਦੇ ਨੂੰ ਪਹਿਲਾਂ ਤਾਂ ਬੁੱਝ ਲੈਂਦੇ ਸੀ। ਇਹ ਬੁੱਝਣ ਲੱਗਿਆ ਉਹਨਾਂ ਦੇ ਕਈਆਂ ਦੇ ਹੱਥ ਵੀ ਸੜ ਗਏ, ਜਾਂ ਜਿਹੜੇ ਥੱਲੇ ਡਿੱਗੇ ਧਰਤੀ ਤੇ ਉਹਨਾਂ ਨੇ ਗਿੱਲੇ ਕੱਪੜੇ ਉੱਪਰ ਸੁੱਟ ਕੇ ਉਹਨੂੰ ਬੇਅਸਰ ਕਰ ਦਿੱਤਾ ਗਿਆ। ਮਤਲਬ ਕੇਂਦਰ ਸਰਕਾਰ ਦੀਆਂ ਤੇ ਹਰਿਆਣਾ ਸਰਕਾਰ ਦੀਆਂ ਜਿੰਨੀਆਂ ਵੀ ਚਾਲਾਂ ਰਿਪਰੈਸਿਵ ਜਾਵਰ ਤੇ ਕਮਿਊਨੀ ਭਰੀਆਂ, ਉਹ ਸਾਰੀਆਂ ਦਾ ਸਾਡੇ ਕਿਸਾਨਾਂ ਨੇ ਬੜੀ ਹਿੰਮਤ ਨਾਲ ਔਰ ਬੜੇ ਹੌਸਲੇ ਨਾਲ ਉਹ ਜਵਾਬ ਦਿੱਤਾ। ਮੇਜਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਲੋਕਤੰਤਰ ਦੇ ਵਿੱਚ ਰਹਿੰਦੇ ਹਾਂ, ਸ਼ਾਇਦ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹਾਂ, ਪਰ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮਨੋਹਰ ਖੱਟਰ ਹੋਣਾ ਨੇ ਜਿਹੜਾ ਇਹ ਕੀਤੀ ਕਮਿਊਨਿਟੀ ਕੀਤੀ ਹੈ, ਜਦੋਂ ਅਸੀਂ ਫਿਰ ਆਪਣੇ ਲੋਕਤੰਤਰ ਦੀ ਗੱਲ ਕਰਦੇ ਹਾਂ, ਆਰਟੀਕਲ 19 ਜਿਹੜਾ ਆ ਉਹ ਸਾਨੂੰ ਕਹਿੰਦਾ ਕਿ ਅਸੀਂ ਵਿਦਰੋਹ ਕਰ ਸਕਦੇ ਹਾਂ, ਅਸੀਂ ਅੰਦੋਲਨ ਕਰ ਸਕਦੇ ਹਾਂ, ਅਸੀਂ ਸਾਡੇ ਕੋਲ ਫਰੀडम ਸਪੀਚ ਆਫ ਐਨ ਐਕਸਪ੍ਰੈਸ਼ਨ ਵੀ ਹੈਗਾ ਆ। ਫਿਰ ਜਦੋਂ ਆਪਾਂ ਇਹ ਕਹਿ ਲਈਏ ਕਿ ਇਹ ਕਿਸੇ ਨਾ ਕਿਤੇ ਸਾਡੇ ਲੋਕਤੰਤਰ ਜਾਂ ਸੰਵਿਧਾਨ ਨੂੰ ਢਾਹ ਨਹੀਂ ਹੈ? ਨਹੀਂ, ਦੇਖੋ ਸਹੀ ਗੱਲ ਹੈ ਤੁਹਾਡੀ, ਕਿਉਂਕਿ ਦੇਖੋ ਸੁਰੱਖਿਆ ਦਸਤੇ ਜਿਹੜੇ ਸਾਡੇ ਸਰਕਾਰਾਂ ਹੈ, ਉਹਨਾਂ ਦਾ ਕੰਮ ਸੜਕਾਂ ਬਣਾਉਣਾ ਹੈਗਾ, ਉਹਨਾਂ ਦਾ ਕੰਮ ਸੜਕਾਂ ਦੇ ਸੁਰੱਖਿਆ ਮਹਿੰਗਾ ਕਰਨਾ ਹੈਗਾ, ਉਹਨਾਂ ਦਾ ਕੰਮ ਹੈਗਾ ਰਾਹ ਪਤਾ ਕਰਨੇ, ਨਾ ਕਿ ਜਿਹੜੇ ਕਿਸਾਨ ਜੇ ਕੋਈ ਸੰਘਰਸ਼ ਕਰਨ ਜਾ ਰਹੇ ਹੈ, ਆਵਾਜ਼ ਉਠਾਉਣ ਜਾ ਰਿਹਾ ਹੈ, ਉਹਨਾਂ ਲਈ ਸੜਕਾਂ ਨੂੰ ਪੁੱਟ ਦਿਓ, ਦੂਸਰੀ ਗੱਲ ਪੱਥਰ ਸੁੱਟ ਦਿਓ, ਔਰ ਇੰਨੀ ਕਮਿਊਨਿਟੀ ਤੇ ਕੰਡਿਆਲੀਆਂ ਤਾਰਾਂ ਲਾ ਕੇ ਉਹਨਾਂ ਨੂੰ ਜ਼ਖਮੀ ਕਰਨ ਦਾ ਯਤਨ ਕਰੋ। ਆਪਾਂ ਇਹ ਗੱਲ ਕਰਦੇ ਨਾ ਕਿ ਦੂਸਰੀ ਗੱਲ ਇਹ ਵੀ ਹੈ ਕਿ ਜੇ ਤੁਸੀਂ ਅਸ਼ਾਂਤਮਈ ਤਰੀਕੇ ਨਾਲ ਕਰ ਰਹੇ ਹੋ, ਫਿਰ ਸ਼ਾਇਦ ਫੋਰਸਾਂ ਦਾ ਜਿਹੜਾ ਉੱਥੇ ਹੱਕ ਬਣਦਾ ਹੈ, ਪਰ ਇਹ ਤਾਂ ਬਿਲਕੁਲ ਸ਼ਾਂਤਮਈ ਸੀਗਾ ਔਰ ਹਜੇ ਤੱਕ ਸ਼ਾਂਤਮਈ ਹੈ। ਨਹੀਂ, ਸਗੋਂ ਗੱਲ ਇਹ ਹੈ ਕਿ ਇੱਕ ਸ਼ਾਂਤੀਪੂਰਨ ਸੰਘਰਸ਼ ਕਰਨ ਲੋਕਾਂ ਨੂੰ ਹਿੰਸਾ ਦੇ ਰਾਹ ਤੋਰਨ ਲਈ ਬੜਾ ਭੜਕਾਉਣ ਦਾ ਯਤਨ ਕੀਤਾ ਗਿਆ। ਚਲੋ ਇਹ ਗੱਲ ਕਿਉਂਕਿ ਤੁਸੀਂ ਦੇਖੋ, ਇੱਕ ਤੁਸੀਂ ਘਰੋਂ ਬਿਲਕੁਲ ਸ਼ਾਂਤੀ ਨਾਲ ਪਰਿਵਾਰਕ ਤੌਰ ਤੇ ਔਰਤਾਂ ਵੀ ਜਾ ਰਹੀਆਂ, ਬੱਚੇ ਵੀ ਜਾ ਰਹੇ ਹੈ, ਬਜ਼ੁਰਗ ਵੀ ਜਾ ਰਹੇ ਹੈ, ਨੌਜਵਾਨ ਜਾ ਰਹੇ ਹੈ, ਔਰ ਆਪਣੀ ਜਾਇਜ਼ ਮੰਗ ਲਈ ਉਹ ਕਹਿੰਦੇ ਸੀ ਅਸੀਂ ਗੱਲ ਕਰਨ ਜਾਣਾ ਜੀ। ਹੁਣ ਉਸ ਨੂੰ ਰੋਕਣ ਲਈ ਤੁਸੀਂ ਉਹ ਹੱਥਕੰਡੇ ਵਰਤੋਂ ਜਿਹਦਾ ਨਾ ਸਾਡਾ ਕਾਨੂੰਨ ਕਰਦਾ, ਨਾ ਸਾਡਾ ਇਜਾਜ਼ਤ ਦਿੰਦਾ ਹੈਗਾ ਸੰਵਿਧਾਨ ਜੀ। ਤੇ ਇਹਦਾ ਮਤਲਬ ਹੈ ਫਿਰ ਜੇ ਉਸ ਤਰ੍ਹਾਂ ਦਾ ਅਸੀਂ ਕਰਾਂਗੇ, ਸਾਡੀਆਂ ਫੋਰਸਾਂ ਹੈ ਉਹ 'ਚ ਭੜਕਾਹਟ ਪੈਦਾ ਹੋਣ ਦਾ ਜਾਂ ਲੋਕਾਂ ਦੇ ਹਿੰਸਕ ਹੋਣ ਦੀ ਗੱਲ ਜੁੜੀ ਹੁੰਦੀ ਹੈ ਵਿੱਚ ਜੀ। ਪਰ ਸਰਕਾਰ ਕੇਂਦਰ ਦੀ ਸੀ, ਹਰਿਆਣੇ ਦੀ, ਦੋਨਾਂ ਦੀਆਂ ਸਾਰੀਆਂ ਗੱਲਾਂ ਦੇ ਬਾਵਜੂਦ ਪੰਜਾਬ ਦੇ ਕਿਸਾਨ ਜਾਂ ਹਰਿਆਣੇ ਦੇ ਕਿਸਾਨ ਜਾਂ ਹੋਰ ਸੂਬਿਆਂ ਤੋਂ ਆ ਰਹੇ ਕਿਸਾਨ, ਉਹ ਕੋਈ ਨਾ ਭੜਕਾਹਟ ਜਾ ਤੇ ਨਾ ਹੀ ਉਹਨਾਂ ਨੇ ਇੱਕ ਵੀ ਹਿੱਸਾ ਦੀ ਕਾਰਵਾਈ ਨਹੀਂ ਕੀਤੀ ਜੀ। ਔਰ ਇੱਥੋਂ ਤੱਕ ਕਿ ਬਹੁਤ ਸਾਰੀਆਂ ਥਾਵਾਂ ਤੇ ਸਗੋਂ ਸੁਰੱਖਿਆ ਫੋਰਸਾਂ ਦੇ ਬੰਦਿਆਂ ਨੇ ਸਾਡੇ ਬੰਦਿਆਂ ਨੂੰ, ਕਿਸਾਨਾਂ ਨੂੰ ਐਂਟੂ ਹੈ ਵੀ ਡਾਂਗਾਂ ਵੀ ਮਾਰੀਆਂ ਗਈ ਥਾਵਾਂ ਤੇ, ਗ੍ਰਿਫਤਾਰ ਵੀ ਕੀਤੇ, ਪਰ ਕਿਸੇ ਕਿਸਾਨ ਨੇ ਕਿਸੇ ਸੁਰੱਖਿਆ ਫੋਰਸ ਦੇ ਜਾਂ ਪੁਲਿਸ ਦੇ ਜਵਾਨ ਤੇ ਉਂਗਲ ਤੱਕ ਨਹੀਂ ਲਾਈ ਜੀ। ਹੁਣ ਇੱਥੋਂ ਪਤਾ ਲੱਗ ਜਾਂਦਾ ਹੈ ਕਿ ਕਿਸਾਨ ਬੜੇ ਸੁਚੇਤ ਹੋ ਗਏ ਚੱਲ ਰਹੇ ਸੀ ਕਿ ਸਰਕਾਰ ਸਾਨੂੰ ਭੜਕਾਹਟ ਪੈਦਾ ਕਰਕੇ ਹਿੰਸਕਰਾ ਤੋੜਨ ਦਾ ਯਤਨ ਕਰੂਗੀ, ਤਾਂ ਕਿ ਹੁੰਦਾ ਹੀ ਵੈਸਾ ਹੈ ਕੀ ਹੁੰਦਾ ਕਿ ਸ਼ਾਂਤਮਈ ਅੰਦੋਲਨ ਚੱਲ ਰਿਹਾ, ਉਹਨੂੰ ਹਿੱਸਾ ਦੇ ਰਾਹ ਪਾ ਲਓ, ਫਿਰ ਉਹਨੂੰ ਕੁਚਲਣਾ ਬੜਾ ਸੌਖਾ ਹੈ ਬਹੁਤ, ਕਿਉਂਕਿ ਇੱਕ ਤਾਂ ਆਮ ਲੋਕਾਂ ਦੀ ਹਿਮਾਇਤ ਚਲੀ ਜਾਂਦੀ ਹੈ, ਦੂਸਰਾ ਰਿਪਰੈਸ਼ਨ ਨਾਲ ਉਹ ਆਮ ਲੋਕੀ ਉਹਨਾਂ ਤੋਂ ਪਿੱਛੇ ਹਟ ਜਾਂਦੇ ਨੇ। ਮੇਜਰ ਜੀ, ਮੇਰਾ ਇਹੀ ਸਵਾਲ ਤੁਹਾਨੂੰ ਇੱਕ ਹੋਰ ਹੈਗਾ, ਅਸੀਂ ਪਿੱਛੇ ਜੇ ਖਬਰਾਂ ਪੜ੍ਹਦੇ ਸੀ ਕਿ ਕੋਈ ਜਿਹੜਾ ਸ਼ਰਾਰਤੀ ਉੱਥੇ ਅਨਸਰ ਸੀਗਾ ਉਹ ਵਿੱਚ ਆ ਗਿਆ, ਤੇ ਹੁਣ ਅੱਗੋਂ ਜੇ ਆਪਾਂ ਗੱਲ ਕਰੀਏ, ਚਲੋ ਵੈਸੇ ਅੱਜ ਤਾਂ ਆਪਾਂ ਕਹਿੰਦੇ ਆ ਕਿ ਗੱਲਬਾਤ ਹੋਣ ਜਾ ਰਹੀ ਹੈ, ਪਰ ਜੇ ਅੱਗੋਂ ਕੋਈ ਇਦਾਂ ਦੇ ਸ਼ਰਾਰਤੀ ਅਨਸਰ ਆਉਣਗੇ ਤਾਂ ਫਿਰ ਇਹ ਸੰਘਰਸ਼ ਦਾ ਕੀ ਕੁਝ ਬਦਲਾਅ ਹੋ ਸਕਦਾ? ਨਹੀਂ, ਦੇਖੋ ਪਹਿਲੀ ਗੱਲ ਤਾਂ ਹੈ ਜਿਹੜਾ ਇਸ ਸੰਘਰਸ਼ ਸ਼ਰਾਰਤੀ ਅਨਸਰ ਜੀ, ਕਦੀ ਕਹਿੰਦਾ ਖਾਲਿਸਤਾਨੀ, ਕਦੀ ਕਹਿੰਦਾ ਹੁੱਲੜਬਾਜ਼ ਜੀ, ਕਦੀ ਕਹਿੰਦਾ ਇਹ ਦੇਸ਼ ਧਰੋਹੀ ਜੀ, ਇਹ ਸਾਰੀਆਂ ਸਾਡੇ ਜਿਹੜਾ ਕੌਮੀ ਮੀਡੀਆ ਜਿਹਨੂੰ ਅੱਜ ਗੋਦੀ ਮੀਡੀਆ ਦੇ ਨਾਂ ਨਾਲ ਲੋਕੀ ਪੁਕਾਰਨ ਲੱਗ ਪਏ ਨੇ, ਇਹ ਉਹਨਾਂ ਦੀ ਕਮੀਨਗੀ ਭਰੀ ਜਿਹੜੀ ਇੱਕ ਏਜੰਡਾ ਸੀ ਜੀ। 26 ਤਰੀਕ ਨੂੰ ਅਜੇ ਕਿਸਾਨ ਪਹੁੰਚੇ ਸੀ, ਪਹਿਲੇ ਦਿਨ ਹੀ ਸਾਰੇ ਮੀਡੀਆ ਨੇ ਇਹ ਸ਼ੁਰੂ ਕਰਤਾ ਸੀ, ਨੈਸ਼ਨਲ ਮੀਡੀਆ ਦਾ ਕਹਿੰਦਾ ਆਪਣੇ ਆਪ ਨੂੰ ਕਿ ਜੀ ਇਹ ਹੁੱਲੜਬਾਜ਼ ਲੋਕ ਹੈ, ਕਿਸਾਨ ਨਹੀਂ ਹੈਗੇ ਇਹ, ਇਹਨਾਂ 'ਚ ਖਾਲਿਸਤਾਨੀ ਹੈਗੇ, ਇਹ ਏਜੰਡਾ ਲਿਆ ਕੇ ਖਾਲਿਸਤਾਨ ਵੱਲ ਲਿਜਾਣਾ ਚਾਹੁੰਦੇ ਜੀ। ਹੁਣ ਇਹ ਸਾਰੀ ਗੱਲ ਨੂੰ ਜਿਹੜਾ ਨਾ ਇਹ ਕੀਤਾ ਗਿਆ, ਪਰ ਇਹ ਕਿਸਾਨਾਂ ਨੇ ਇਹਦਾ ਬੜੀ ਮੂੰਹ ਤੋੜ ਜਵਾਬ ਦਿੱਤਾ ਜੀ। ਬਿਲਕੁਲ, ਕਿਉਂਕਿ ਉੱਥੇ ਕਿਸੇ ਤਰ੍ਹਾਂ ਦੀ ਨਾ ਕੋਈ ਹਿੰਸਾ ਹੋਈ ਹੈ, ਨਾ ਕੋਈ ਖਾਲਿਸਤਾਨ ਦੀ ਗੱਲ ਚੱਲੀ ਹੈ, ਨਾ ਹੁੱਲੜਬਾਜ਼ ਸੀ। ਇਹ ਸਾਰੀਆਂ ਮਨਘੜਤ ਗੱਲਾਂ ਜਿਹੜੀਆਂ ਉਹ ਚਲਾਈਆਂ ਗਈਆਂ ਸਾਡੇ ਨੈਸ਼ਨਲ ਮੀਡੀਆ, ਜਾਂ ਕਹਿੰਦੇ ਆ ਕਿ ਜਿਹੜਾ ਕੇਂਦਰ ਸਰਕਾਰ ਦਾ ਖਰੀਦਿਆ ਹੋਇਆ ਮੀਡੀਆ ਹੈਗਾ ਜੀ, ਉਹਨਾਂ ਦੀ ਹੈ, ਉਹਦਾ ਐਕਸਪੋਜ਼ਰ ਹੀ ਬੁਰੀ ਤਰ੍ਹਾਂ ਹੈਗਾ। ਕਿਉਂਕਿ ਪਹਿਲਾਂ ਪਿਛਲੀਆਂ 'ਚ ਮੈਂ ਤਾਂ ਇਹ ਵੀ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ ਉਦੋਂ ਤੋਂ ਗੋਦੀ ਮੀਡੀਆ ਦੀ ਬੜੀ ਚੜ੍ਹ ਮੱਚੀ ਹੋਈ ਹੈਗੀ,
ਕਿਉਂਕਿ ਇਹ ਇੱਕ ਏਜੰਡਾ ਬਣਾਉਂਦੇ ਆ ਜੀ, ਏਜੰਡਾ ਬਣਾ ਕੇ ਫਿਰ ਉਹ ਏਜੰਡੇ ਦੁਆਰਾ ਘੁੰਮਦੇ ਸਾਰੀ ਗੱਲ ਨੂੰ ਘੁਮਾਉਂਦੇ ਜੀ ਬਿਲਕੁਲ। ਹੁਣ ਵੀ ਕੀ ਸੀ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਉਹਨਾਂ ਨੇ ਪਹਿਲੇ ਦਿਨ ਤੋਂ ਏਜੰਡਾ ਸ਼ੁਰੂ ਕਰ ਲਿਆ ਸੀ ਜੀ ਕਿ ਇਹ 'ਚ ਹੁੱਲੜਬਾਜ਼ ਹੈ, ਇਹ 'ਚ ਖਾਲਿਸਤਾਨੀ ਹੈ, ਇਹਦੇ 'ਚ ਦਹਿਸ਼ਤਗਰਦ ਹੋਣਗੇ, ਆਹ ਹੋਊਗਾ ਆਹ ਹੋਊਗਾ। ਇੱਥੋਂ ਤੱਕ ਵੀ ਕੀ ਕਹਿਣ ਲੱਗੇ ਕਿ ਪਾਕਿਸਤਾਨ ਤੋਂ ਵੀ ਸ਼ਾਇਦ ਮਿਲ ਸਕਦੀ ਹੈ। ਬਿਲਕੁਲ। ਅੱਛਾ, ਇਹਦੇ ਨਾਲ ਇਹ ਜਿਹੜੀ ਖਤਰਨਾਕ ਖੇਡ ਹੈ ਨਾ ਜੀ, ਇਹ ਇਸ ਮੀਡੀਆ ਨੇ ਕੀਤੀ, ਪਰ ਉਹਨੂੰ ਬੜਾ ਮੂੰਹ ਤੋੜ ਜਵਾਬ ਮਿਲਿਆ ਕੀ। ਤੇ ਮੇਰੇ ਖਿਆਲ 'ਚ ਜਿੰਨਾ ਐਕਸਪੋਜ਼ਰ, ਜਿੰਨਾ ਇਹਨਾਂ ਦਾ ਜਿਹੜਾ ਬੇਨਕਾਬ ਹੈ ਇਸ ਕਿਸਾਨ ਮੂਵਮੈਂਟ ਨੇ ਕੀਤਾ ਹੈਗਾ, ਉਹ ਆਪਣੇ ਆਪ ਦੀ ਬਹੁਤ ਇੱਕ ਸ਼ਾਨਦਾਰ ਮਿਸਾਲ ਹੈ ਪੰਜਾਬ ਹਿੰਦੁਸਤਾਨ ਦੀ। ਬਿਲਕੁਲ। ਦੇਖੋ, ਇਦਾਂ ਦਾ ਸੰਘਰਸ਼ ਸ਼ਾਇਦ ਅਸੀਂ ਪੰਜਾਬ ਤੋਂ ਹੀ ਤੋਕੋ ਕਰ ਸਕਦੇ ਹਾਂ, ਨਰੋਲ ਪੰਜਾਬ ਤੋਂ ਤੋਕੋ ਕਰ ਸਕਦੇ ਹਾਂ, ਕਿਉਂਕਿ ਜਿਹੜੇ ਲੋਕ ਉੱਥੇ ਦੇ ਨੇ, ਜਾਂ ਫਿਰ ਇਹ ਕਹਿ ਲਓ ਕਿ ਹੁਣ ਜਿਹੜਾ ਆਪਾਂ ਕਹਿੰਦੇ ਹਾਂ ਕੌਮੀ ਮੀਡੀਆ, ਉਹ ਵੀ ਹੈਰਾਨ ਹੈ ਕਿ ਇੰਨੇ ਚਿਰ ਦਾ ਰਾਸ਼ਨ ਇਹਨਾਂ ਦੇ ਕੋਲ ਹੈ, ਇਹ ਪਰਵਾਹ ਨਹੀਂ ਕਰ ਰਹੇ, ਬਿਸਤਰੇ ਹੈ, ਇੰਨੀ ਠੰਡ ਹੈ, ਪਰ ਇਸ ਦੇ ਬਾਵਜੂਦ ਚਲੋ ਇਹ ਤਾਂ ਸੀਗੀ ਮੀਡੀਆ ਦੀ ਗੱਲ। ਆਪਾਂ ਸ਼ਰੇਆਮ ਕਹਿ ਸੁਣ ਰਹੇ ਸੀਗੇ ਜੀ, ਹਰਿਆਣਾ ਦੇ ਜਿਹੜੇ ਸੀਐਮ ਨੇ ਖੱਟਰ ਸਾਹਿਬ, ਉਹ ਲਗਾਤਾਰ ਇਹ ਕਹਿ ਰਹੇ ਸੀ ਜੀ ਇਹ ਖਾਲਿਸਤਾਨੀ ਹੈ, ਪੋਲੀਟੀਕਲ ਮੋਟੀਵੇਟਡ ਨੇ। ਇਹ ਜਿਹੜੀ ਗੱਲ ਹੈ, ਇਹ ਵੀ ਸ਼ਾਇਦ ਕਿਤੇ ਨਾ ਕਿਤੇ ਇੱਕ ਲੀਡਰ ਨੂੰ, ਸਪੈਸ਼ਲੀ ਜਦੋਂ ਉਹ ਸੀਐਮ ਹੈ ਕਿਸੇ ਸਟੇਟ ਦਾ, ਉਹਨੂੰ ਕਿਤੇ ਜਿਹੜੀ ਸ਼ੋਭਾ ਨਹੀਂ ਦਿੰਦੀ। ਨਹੀਂ, ਉਹ ਦੇਖੋ ਇੱਕ ਪਲਾਨ ਏਜੰਡਾ ਹੈ ਜੀ, ਭਾਰਤੀ ਜਨਤਾ ਪਾਰਟੀ ਦਾ ਵੀ, ਗੋਦੀ ਮੀਡੀਆ ਦਾ ਵੀ, ਔਰ ਕਿਸਾਨ ਵਿਰੋਧੀ ਸਾਰੀਆਂ ਤਾਕਤਾਂ ਦਾ ਜੀ, ਕਿ ਇਹਨਾਂ ਨੂੰ ਇਹ ਬਣਾਓ। ਕਦੀ ਦੇਖੋ ਕਿ 26 ਤਰੀਕ ਨੂੰ ਸਾਰੇ ਗੋਦੀ ਮੀਡੀਆ ਦਾ ਇੱਕ ਏਜੰਡਾ ਸੀ ਕਿ ਇਹ ਹੁੱਲੜਬਾਜ਼ ਤੇ ਖਾਲਿਸਤਾਨੀ ਹੈ। ਜਦੋਂ ਉਹ ਗੱਲ ਨਹੀਂ ਚੱਲੀ, ਅਗਲੇ ਦੀ ਗੱਲ ਆ ਕਿ ਇਹ ਹੋਊ ਕਿ ਕੌਣ ਇਹਨਾਂ ਦਾ ਕੈਪਟਨ ਕੌਣ ਹੈ। ਇਹਦਾ ਮਤਲਬ ਹੈ ਵੀ ਕੈਪਟਨ ਅਮਰਿੰਦਰ ਸਿੰਘ ਦੀ ਆਵਾਜ਼ ਇਹ ਬਣਾਉਣ ਦਾ ਯਤਨ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਚੜ ਕੇ ਕਿਸਾਨ ਆਏ ਜੀ। ਜਦੋਂ ਉਹਨਾਂ ਦੀ ਇਹ ਗੱਲ ਫੇਲ ਹੋ ਗਈ, ਫਿਰ ਨਵੀਆਂ ਹੋਰ ਘਟਨਾ ਸ਼ੁਰੂ ਕਰਤੀਆਂ। ਅੱਛਾ, ਇੱਕ ਦੇਖਣ ਵਾਲੀ ਗੱਲ ਹੈ ਕਿ ਇਹਨਾਂ ਦੇ ਕੁਝ ਲੀਡਰ ਜਿਹੜੇ ਨੇ, ਜਿਹੜੇ ਆਪਾਂ ਕਹਿ ਲਓ ਕਿ ਸੀਐਮ ਵਰਗੇ ਜਾਂ ਫਿਰ ਹੋਰ ਜਿਹੜੇ ਛੋਟੇ ਲੀਡਰ ਨੇ, ਉਹ ਲਗਾਤਾਰ ਕਹਿ ਰਹੇ ਸੀ ਖਾਲਿਸਤਾਨੀ ਆ, ਪੋਲੀਟੀਕਲ ਮੋਟੀਵੇਟਡ ਆ। ਪਰ ਜਦੋਂ ਅਸੀਂ ਅਮਿਤ ਸ਼ਾਹ ਦੀ ਫਿਰ ਉਸ ਦਿਨ ਸੁਣਿਆ, ਉਹ ਕਹਿੰਦਾ ਜੀ ਨਹੀਂ, ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਪੋਲੀਟੀਕਲ ਮੋਟੀਵੇਟਡ ਆ, ਮੈਂ ਤਾਂ ਇਹ ਕਹਿ ਰਿਹਾ ਠੰਡ ਬਹੁਤ ਹੈ ਜੀ, ਇਹਨਾਂ ਨੂੰ ਇੱਕ ਪਲੇਸ ਦਿੱਤੀ ਜਾਵੇ। ਤੁਸੀਂ ਦੇਖੋ ਕਿਸ ਹਿਸਾਬ ਦਾ ਜਿਹੜਾ ਮਹਿਬੂਬਾ ਬਣਾਇਆ। ਇਹ ਸਾਰੇ ਲੋਕਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਦਾ ਜੀ ਜਿਹੜਾ ਉਸ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਜੀ ਲੀਹੋਂ ਲਾਉਣ ਦੇ ਯਤਨ ਕਰ ਰਹੇ ਸੀ। ਪਰ ਕਿਸਾਨ ਲੀਡਰਸ਼ਿਪ ਤੇ ਕਿਸਾਨ ਜੀ ਇਸ ਵਾਰ ਇੰਨੇ ਸੁਚੇਤ ਹੋ ਗਿਆ ਕਿ ਇਹਨਾਂ ਦੀਆਂ ਸਾਰੀਆਂ ਚਾਲਾਂ ਜਿਹੜੀਆਂ ਕਿਸਾਨ ਨੂੰ ਫੇਲ ਕਰਨੀਆਂ, ਉਹ ਹੁਣ ਤੱਕ ਬੁਰੀ ਤਰ੍ਹਾਂ ਫੇਲ ਕੀਤੀਆਂ। ਉਹਦੀ ਇੱਕ ਉਦਾਹਰਨ ਦੇਣਾ ਤੁਹਾਨੂੰ, ਜਦੋਂ ਸਾਰੇ ਕਿਸਾਨ ਪਹੁੰਚੇ ਨਾ ਉੱਥੇ ਸਿੰਘੂ ਬਾਰਡਰ ਤੇ ਜੀ, ਉੱਥੇ ਉਹਨਾਂ ਨੇ ਅੱਗੋਂ ਬਹੁਤ ਜ਼ਬਰਦਸਤ ਨਾਕਾ ਲਾਇਆ ਹੋਇਆ ਸੀਗਾ। ਜਦੋਂ ਇਹ ਕਿਸਾਨ ਗਏ ਤਾਂ ਇੱਕਦਮ ਬਹੁਤ ਜ਼ੋਰਦਾਰ ਡੀਅਰ ਸ਼ੈਲਿੰਗ ਹੋਈ ਜੀ, ਵਿਛਾੜਾਂ ਹੋਈਆਂ ਪਾਣੀ ਦੀਆਂ ਜੀ, ਲੋਕਾਂ ਨੇ ਉੱਤੇ ਲਾਠੀ ਚਾਰਜ ਕੀਤਾ, ਜਿਹੜੇ ਮੁੰਡੇ ਮੁੜੇ ਗਏ ਹੋਏ ਸੀ ਉਹਨਾਂ ਦੇ ਉੱਤੇ ਡਾਂਗਾਂ ਮਾਰੀਆਂ। ਉਸ ਤੇ ਬੜੇ ਜ਼ਬਰਦਸਤ ਵਿਰੋਧ ਹੋਇਆ, ਉੱਥੇ ਝੜਪ ਹੋਈ। ਪਰ ਉਸ ਤੋਂ ਬਾਅਦ ਥੋੜੇ ਸਮੇਂ 'ਚ ਹੀ ਉੱਥੇ ਕਿਸਾਨ ਆਗੂ ਨੇ ਸਟੇਜ 'ਤੇ ਬੋਲਿਆ ਕਿ ਵੀ ਸਾਰੇ ਕਿਸਾਨ ਵਾਪਸ ਆਓ, ਆਪਾਂ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ, ਇਹਨਾਂ ਨੂੰ ਟੀਅਰ ਗੈਸ ਚਲਾਉਣ ਦਿਓ ਜੀ, ਪਾਣੀ ਦੀਆਂ ਵਿਛਾੜਾਂ ਛੱਡ ਦਿਓ, ਕੋਈ ਮਰਜ਼ੀ ਕਰ ਦਿਓ, ਅਸੀਂ ਨਹੀਂ ਇਹ ਕਰਨਾ ਹੈ ਜੀ। ਕਿਸਾਨ 1 ਮਿੰਟ ਦੇ ਵਿੱਚ ਸਾਰੇ ਪਿੱਛੇ ਹਟ ਕੇ ਧਰਨੇ ਤੇ ਬੈਠ ਗਏ। ਇਹ ਆਪਣੇ ਆਪ 'ਚ ਬੜੀ ਵੱਡੀ ਗੱਲ ਸੀ। 2-2.5 ਘੰਟੇ ਬਾਅਦ ਜੀ ਉੱਥੇ ਬੈਠੇ ਲੋਕ ਜਿਹੜੇ ਬੜੀ ਸ਼ਾਂਤਮਈ ਢੰਗ ਨਾਲ ਜੀ ਫੇਰ ਮੁੜ ਕੇ ਉਹਨਾਂ ਨੇ ਟੀਅਰ ਗੈਸ ਸ਼ੈਲਿੰਗ ਕੀਤੀ ਜੀ, ਪਾਣੀ ਦੀ ਵਿਛਾੜ ਸੁੱਟੀ। ਉਦੋਂ ਫਿਰ ਲੋਕੀ ਭੜਕ ਕੇ ਉੱਠੇ ਨਾ, ਜੋ ਫਿਰ ਉਹਨਾਂ ਨੇ ਜਾ ਕੇ ਉਹਨਾਂ ਦਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਪਹਿਲੀ ਲੇਅਰ ਸੀ ਜਿਹੜੀ ਲੋਹੇ ਕਿਨਾਰੀ ਤਾਰ ਸੀ, ਉਹ ਪੱਟ ਕੇ ਉਹ ਮਾਰੀ 2 ਮਿੰਟਾਂ 'ਚ ਜੀ। ਫਿਰ ਸੈਕੰਡ ਲੇਅਰ ਸੀ 15 ਮਿੰਟ ਦੇ ਪਿੱਛੇ, ਉਹ ਵੀ ਪੱਟ ਕੇ ਮਾਰੀ। ਇੱਕ ਸਾਈਡ ਦੇ ਪੱਥਰ ਵੀ ਚੁੱਕ ਰਹੇ ਸੀਗੇ ਜੀ। ਜਦੋਂ ਪੱਥਰ ਚੁੱਕੇ ਪਾਸੇ ਕਿਤੇ ਜਾ ਰਹੇ ਸੀ, ਹਾਂਜੀ, ਉਦੋਂ ਤੱਕ ਮਹਿਲ ਕੇਂਦਰੀ ਗ੍ਰਹਿ ਮੰਤਰੀ ਦਾ ਅਮਿਤ ਸ਼ਾਹ, ਉਹਨੂੰ ਇਸ ਗੱਲ ਦੀ ਭਿਣਕ ਜਾ ਪਈ ਸੀ, ਉਹਦੇ ਕੰਨ ਚਾਹੀਦੀ ਕਿ ਕਿਸਾਨ ਨੂੰ ਨਾਕਾ ਤੋੜ ਕੇ ਦਿੱਲੀ ਵੱਲ ਵਧਣੇ ਸ਼ੁਰੂ ਹੋ ਗਿਆ ਜੀ। ਹੁਣ ਇਹ ਕਿਸਾਨਾਂ ਦੀ ਬੜੀ ਵੱਡੀ ਜਿੱਤ ਸੀ। ਇਹਨੂੰ ਹਾਰ 'ਚ ਬਦਲਣ ਲਈ ਕੇਂਦਰ ਸਰਕਾਰ ਨੇ ਉਹਦੀ ਇੱਕ ਚਾਲ ਸੁੱਟੀ ਜੀ। ਉਹਨੇ ਕਿਹਾ ਕਿ ਤੁਸੀਂ ਸ਼ਾਂਤ ਹੋ ਜਾਓ, ਤੁਹਾਨੂੰ ਲਾਂਘਾ ਦੇਣ ਲੱਗਿਆ ਸੀ, ਤੇ ਬਰਾਰੀ ਦੇ ਜਿਹੜਾ ਨਿਰੰਕਾਰੀ ਭਵਨ ਹੈਗਾ ਉਹ ਮੈਦਾਨ 'ਚ ਆ ਜਾਓ, ਉੱਥੇ ਆਪਣਾ ਆਰਾਮ ਨਾਲ ਰੋਟੀ ਖਾਓ, ਉੱਥੇ ਭਾਸ਼ਣ ਦਿਓ, ਮੋਰਚਾ ਲਾਓ, ਤੁਹਾਨੂੰ ਕੋਈ ਰੋਕੂਗਾ ਜੀ। 5 ਮਿੰਟਾਂ 'ਚ ਕਿਸਾਨ ਆਗੂ ਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਉਸ ਚਾਲ ਨੂੰ ਪਛਾਣਿਆ ਜੀ। ਜਿਹੜੇ ਕਿਸਾਨ ਮਰਨ ਹੋਏ ਬੈਠੇ ਸੀ ਨਾ ਦਿੱਲੀ ਜਾਣ ਲਈ ਜੀ, ਮੁੜ ਕੇ ਉਹ ਸਾਰੇ ਸ਼ਾਂਤ ਹੋ ਕੇ ਪਿੱਛੇ ਬੈਠ ਗਏ। ਉਹ ਕਹਿੰਦੇ ਅਸੀਂ ਦਿੱਲੀ ਨਹੀਂ ਜਾਣਾ ਹੈਗਾ, ਅਸੀਂ ਨਾਕਾ ਨਹੀਂ ਤੋੜਨਾ, ਕਿਉਂਕਿ ਉੱਥੇ ਇੱਕ ਸਮਝ ਸੀ ਕਿ ਉਹ ਲਾਂਘਾ ਦੇ ਕੇ ਤੇ ਬਰਾਰੀ ਦੇ ਮੈਦਾਨ 'ਚ ਜਾ ਕੇ ਜੀ ਬਿਲਕੁਲ ਉਹਨਾਂ ਨੂੰ ਬੇਹਥਿਆਰਾ ਕਰਨਾ ਚਾਹੁੰਦੇ ਸੀ। ਜਿਵੇਂ ਆਪਾਂ ਗੱਲ ਕਰ ਲਈਏ ਐਨਆਰਸੀ ਹੋਈ ਨਾ, ਉਹਨਾਂ ਨੂੰ ਕੋਈ ਹਥਿਆਰ ਕਿ ਉਹ ਲਾਂਘਾ ਰੋਕੀ ਬੈਠੇ ਆ, ਜੀਟੀ ਰੋਡ ਰੋਕ ਕੇ ਬੈਠੇ ਆ। ਉਹ ਕਹਿੰਦੇ ਜੀਟੀ ਰੋਡ ਹੋਇਆ ਖਾਲੀ ਜੀ, ਬਰਾਰੀ ਜਾਣਗੇ ਮੈਦਾਨ 'ਚ ਬੈਠੇ ਰਹਿਣ, ਸਾਲ ਬੈਠੇ ਰਹਿਣ, 2 ਸਾਲ ਬੈਠੇ, ਸਾਡਾ ਕੀ ਲੈਂਦਾ। ਇਹ ਕਿਸਾਨਾਂ ਦੀ ਬੜੀ ਵੱਡੀ, ਮੈਂ ਕਹਿੰਦਾ, ਸੋਝੀ ਔਰ ਸਿਆਣਪ ਸੀ
ਕਿ ਉੱਥੇ ਦੇਖ ਲਓ ਇੱਕ ਪਾਸੇ ਜਦੋਂ ਮਰਨ ਮਾਰ ਤੇ ਆਏ ਕਿਸਾਨ ਤੋੜ ਲਈ ਤੇ 5 ਮਿੰਟਾਂ ਬਾਅਦ ਉਹ ਦੂਜੇ ਪੈਂਤਰੇ ਇਹ ਹੈਗੇ ਪਲ ਪਲ ਤੇ ਜਿਹੜੀ ਹਾਲਾਤ ਬਦਲ ਰਹੇ ਆ ਨਾ ਉਸ ਮੁਤਾਬਕ ਆਪਣੇ ਆਪ ਨੂੰ ਢਾਲਣਾ ਮੇਰੇ ਖਿਆਲ 'ਚ ਕਿਸਾਨਾਂ ਔਰ ਕਿਸਾਨ ਲੀਡਰਸ਼ਿਪ ਲਈ ਸਭ ਤੋਂ ਸਿਆਣਪ ਵਾਲੀ ਗੱਲ ਹੈ। ਫਿਰ ਦੂਸਰੀ ਗੱਲ ਅਗਲੇ ਦਿਨ ਸ਼ੁਰੂ ਹੋਇਆ ਸਵੇਰ ਨੂੰ ਸਵੇਰ ਕੰਮ ਕਿ ਇੱਕ BM ਸਿੰਘ ਕਿਸਾਨਾਂ ਦੇ ਆਗੂ ਹੁੰਦਾ ਸੀ ਜੀ ਉਹਨੂੰ ਸੈਂਟਰ ਗਵਰਨਮੈਂਟ ਨੇ ਖਰੀਦ ਲਿਆ ਹੋਊਗਾ ਉਹ ਕਾਰ 'ਚ ਬੈਠ ਕੇ ਆਇਆ ਕਹਿਣ ਲਈ ਕਿ ਤੁਸੀਂ ਜੀ ਘਰਾਂ ਨੂੰ ਜਾਓ ਸਾਡੀ ਗੱਲ ਹੋ ਗਈ ਮਸਲਾ ਸਾਰਾ ਨਿਬੜ ਗਿਆ ਉਸ ਨੂੰ ਵੀ ਉਹਨਾਂ ਨੇ ਟੈਕਲ ਕੀਤਾ ਕਿ ਇਹ ਹੁਣ ਸਾਡਾ ਕਿਸਾਨ ਆਗੂ ਨਹੀਂ ਸਾਡੀ ਕਮੇਟੀ ਨਹੀਂ ਫਰਕ ਹੀ ਕਰਕੇ ਮਾਰਿਆ। ਫਿਰ ਅਮਿਤ ਸ਼ਾਹ ਆ ਗਿਆ ਅਮਿਤ ਸ਼ਾਹ ਨੇ ਕਿਹਾ ਏਦਾਂ ਕਰੋ ਜੀ ਤੁਸੀਂ ਉੱਠ ਕੇ ਰਾੜੀ ਚਲੇ ਜਾਓ ਸੈਕਿੰਡ ਦਿਨ ਤੋਂ ਨਕਲ ਕਰਦਾ ਅਮਿਤ ਸ਼ਾਹ ਨੂੰ ਸ਼ਾਮ ਨੂੰ ਆਉਂਦਾ ਫਿਰ ਉਸੇ ਦਿਨ ਤੇ ਅਮਿਤ ਸ਼ਾਹ ਦੀ ਸ਼ਰਤਾਂ ਰਹਿਤ ਗੱਲਬਾਤ ਕੀ ਕਿਸਾਨਾਂ ਨੇ ਰੱਦ ਕਰਤੀ ਕਹਿੰਦੇ ਅਸੀਂ ਸ਼ਰਤਾਂ ਦੀ ਨਹੀਂ ਗੱਲ ਕਰਨੀ ਸਾਡੇ ਨਾਲ ਤਜਵੀਜ਼ ਲਿਆਓ ਅਸੀਂ ਕਰਨਾ ਕੀ ਚਾਹੁੰਦੇ ਹੋ ਜੀ ਉਸ ਤੇ ਕਰਾਂਗੇ। ਹੁਣ ਇਹ ਵੀ ਹੈਗਾ ਇਹ ਦੱਸਦੀ ਹੈ ਕਿ ਕਿਸਾਨਾਂ ਦਾ ਆਪਣਾ ਚੇਤਨਾ ਦਾ ਜੀ ਔਰ ਕਿਸਾਨ ਲੀਡਰਸ਼ਿਪ ਦਾ ਆਪਣਾ ਲੈਵਲ ਹੈ ਉਹ ਬਹੁਤ ਉੱਚਾ ਹੋਣਾ ਪਹਿਲਾਂ ਵਾਲੀ ਗੱਲਾਂ ਨਹੀਂ ਹੈਗੀਆਂ ਵੀ ਅਫਸਰਸ਼ਾਹ ਤੇ ਸਿਆਸਤਦਾਨ ਆਪਣੀ ਕਰਕੇ ਲੋਕਾਂ ਨੂੰ ਜਿਹੜਾ ਉਹ ਹੋਣਾ ਕਿ ਆਉ ਜਾਣਗੇ ਜੀ ਇਹਦੇ ਦੋ ਵੱਡੀਆਂ ਪ੍ਰਾਪਤੀਆਂ ਇਸ ਵੇਲੇ ਜ਼ਰੂਰ ਹੈਗੀਆਂ। ਇੱਕ ਤਾਂ ਇਹ ਹੈਗੀ ਕਿ ਜਿੰਨਾ ਸੈਂਟਰ ਗਵਰਨਮੈਂਟ ਨੇ ਹਰਿਆਣਾ ਸਰਕਾਰ ਨੇ ਜੀ ਯਤਨ ਕੀਤਾ ਕਿ ਇਸ ਮੂਵਮੈਂਟ ਨੂੰ ਸ਼ਾਂਤਮਈ ਮੂਵਮੈਂਟ ਤੋਂ ਵਾਇਲੈਂਟ ਮੂਵਮੈਂਟ ਵੱਲ ਉਹ ਬੁਰੀ ਤਰ੍ਹਾਂ ਫੇਲ ਹੋਏਗਾ ਜੀ। ਦੂਸਰਾ ਇਹਨੂੰ ਬਦਨਾਮ ਕਰਨ ਲਈ ਕਿਹਾ ਗਿਆ ਕਦੀ ਹੁੱਲੜਬਾਜ਼ ਕਦੀ ਖਾਲਿਸਤਾਨੀ ਕਦੀ ਕਿਹਾ ਕੈਪਟਨ ਦੇ ਇਹ ਕਾਂਗਰਸ ਦੇ ਏਜੰਟ ਹੈ ਪੋਲੀਟੀਕਲੀ ਮੋਟੀਵੇਟਡ ਹੈ ਉਹ ਸਾਰੀਆਂ ਗੱਲਾਂ ਫੇਲ ਹੋ ਗਈਆਂ ਹੁਣ ਸਰਕਾਰ ਖੁਦ ਕਹਿ ਰਹੀ ਹੈ ਕਿ ਅਸੀਂ ਗੱਲ ਕਰਨੀ ਹੈ ਜੀ ਇਹਦਾ ਮਤਲਬ ਗੱਲਾਂ ਤਾਂ ਗਈਆਂ ਫਿਰ ਜੀ ਇਹਦਾ ਮਤਲਬ ਕਿਸਾਨੀ ਹੈਗੀ ਹੈ ਇਹ ਵੱਡੀ ਪ੍ਰਾਪਤੀ ਹੈ ਇਸ ਸੰਘਰਸ਼ ਦੇ ਵਿੱਚ। ਬਿਲਕੁਲ ਅਸੀਂ ਹੋਰ ਵੀ ਗੱਲਾਂ ਕਰਾਂਗੇ ਇਸ ਦੇ ਬਾਰੇ ਪਰ ਇੱਥੇ ਰੁਕਣਾ ਪੈਣਾ ਸਾਨੂੰ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਦੇ ਉਸ ਪਾਰ ਕਰਾਂਗੇ ਹੋਰ ਵੀ ਚਰਚਾ ਦੇਖਦੇ ਰਹੋ ਪੰਜਾਬ ਮੇਲ USA TV। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਵਿਦ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪੰਜਾਬ ਚਰਚਾ। ਮੈਂ ਗੱਲ ਕਰ ਰਿਹਾ ਮੇਜਰ ਸਿੰਘ ਹੁਣਾਂ ਦੇ ਨਾਲ ਜਿਨ੍ਹਾਂ ਨੇ ਜਿਹੜਾ ਹੈ ਉਹ ਸਾਰਾ ਨਜ਼ਾਰਾ ਅੱਖੀਂ ਦੇਖਿਆ ਹੈ। ਮੇਜਰ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਹੁਣ ਉੱਥੇ ਹਾਲਾਤ ਕੀ ਨੇ ਪ੍ਰੈਜ਼ੈਂਟਲੀ ਜੇ ਆਪਾਂ ਗੱਲ ਕਰੀਏ ਸਭ ਕੁਝ ਹੋ ਰਿਹਾ ਹੈ ਅਸੀਂ ਹੁਣ ਉੱਥੇ ਬੈਠ ਗਏ ਹਾਂ ਹੁਣ ਉੱਥੇ ਦਿੱਲੀ ਦੇ ਹਾਲਾਤ ਕੀ ਨੇ? ਦੇਖੋ ਇੱਕ ਤਾਂ ਹੈਗਾ ਕਿ ਹੁਣ ਕਿਸਾਨਾਂ ਨੇ ਪੂਰੀ ਤਰ੍ਹਾਂ ਬਿਲਕੁਲ ਕਰ ਲਈ ਹੈ ਕਿ 4 ਸਫੇਰਿਓਂ ਜੀ ਦਿੱਲੀ ਦੀ ਸਖਤ ਘਿਰਾਵਨੀ ਕਰਨੀ ਹੈ ਕਿਉਂਕਿ ਇੱਕ ਤਾਂ ਦੇਖੋ ਇੱਧਰੋਂ ਤੁਹਾਨੂੰ ਦੱਸਦਾ ਮੈਂ ਕਿਹੜਾ ਸ਼ੰਭੂ ਬਾਰਡਰ ਤੋਂ ਜਾ ਕੇ ਅਸੀਂ ਦਿੱਲੀ ਨੂੰ ਜਾਂਦੇ ਹਾਂ ਜੀ ਅੰਬਾਲਾ ਹਾਈਵੇ ਦਿੱਲੀ ਅੰਬਾਲਾ ਜਾਂ ਦਿੱਲੀ ਚੰਡੀਗੜ੍ਹ ਜਾਂ ਦਿੱਲੀ ਜਲੰਧਰ ਹਾਈਵੇ ਹੈ ਉਹਦੇ ਸਿੰਘੂ ਬਾਰਡਰ ਹੈ ਉਹ ਪੂਰੀ ਤਰ੍ਹਾਂ ਜਾਮ ਕੀਤਾ ਹੈ ਉੱਥੇ ਬਿਲਕੁਲ ਠੱਪ ਹੈ। ਅੱਛਾ ਉੱਥੇ ਪੂਰੀ ਤਰ੍ਹਾਂ ਆਵਾਜਾਈ ਨਹੀਂ ਜਾ ਰਹੀ ਜਾਂ ਪਾਰਸ਼ਲੀ ਚੱਲ ਰਹੀ ਹੈ? ਬੰਦ ਹੈ ਉਹ ਕਿਉਂਕਿ ਤੁਰ ਤੱਕ ਉੱਥੇ ਟਰਾਲੀਆਂ ਤੇ ਦੂਜੇ ਹੋਰ ਵਾਹਨ ਲੱਗੇ ਹੋਏ ਜੀ ਕੁਛ ਵੀ ਲੱਗਣ ਨੂੰ ਜਗ੍ਹਾ ਨਹੀਂ ਉੱਥੇ ਘੱਟੋ ਘੱਟ 1 ਲੱਖ ਬੰਦਾ ਇਸ ਵੇਲੇ ਉਹ ਧਰਨੇ ਉੱਤੇ ਬੈਠਾ ਹੈ ਬਸ ਭਾਵੇਂ ਹੋਵੇ। ਦੂਸਰਾ ਹੈਗਾ ਜਿਹੜਾ ਉਹ ਰੋਹਤਕ ਦਿੱਲੀ ਜੀ ਰੋਹਤਕ ਦਿੱਲੀ ਦੇ ਉੱਤੇ ਵੀ ਕਿਸਾਨਾਂ ਦਾ ਘੱਟੋ ਘੱਟ 1 ਲੱਖ ਬੰਦਾ ਹੋਰ ਬੈਠਾ ਜਿਹੜੇ ਪੰਜਾਬ ਤੋਂ ਹਰਿਆਣੇ ਤੋਂ ਤੇ ਹੋਰ ਪਾਸੇ ਤੋਂ ਹੈਗੇ ਜੀ। ਤੀਸਰਾ ਹੈਗਾ ਗੁੜਗਾਵਾਂ ਲਾਗੇ ਟਿਕਰੀ ਬਾਰਡਰ ਕਹਿੰਦੇ ਉਹਨੂੰ ਟਿਕਰੀ ਬਾਰਡਰ ਹਾਂ ਜਿਹੜਾ ਬਹਾਦਰਗੜ੍ਹ ਵਾਲਾ ਹੈਗਾ ਜੀ ਉੱਥੇ ਵੀ ਬਹੁਤ ਵੱਡੀ ਗਿਣਤੀ 'ਚ ਰਾਜਸਥਾਨ ਤੋਂ ਆਏ ਲੋਕ ਹਰਿਆਣੇ ਤੋਂ ਔਰ ਪੰਜਾਬ ਤੋਂ ਗਏ ਲੋਕ ਜੀ ਉਹ ਬਹੁਤ ਵੱਡੀ ਗਿਣਤੀ 'ਚ ਉੱਥੇ ਇਕੱਠੇ ਹੋ ਕੇ ਬੈਠੇ ਆ। ਉਹ ਸਾਰਾ ਟਿਕਰੀ ਬਾਰਡਰ ਜਿਹੜਾ 20 ਕਿਲੋਮੀਟਰ ਦਾ ਏਰੀਆ ਪੂਰੀ ਤਰ੍ਹਾਂ ਜਾਮ ਕੀਤਾ ਹੈ ਜੀ। ਫਿਰ ਅੱਗੇ ਹੈਗਾ ਉੱਤਰ ਪ੍ਰਦੇਸ਼ ਗਾਜ਼ੀਆਬਾਦ ਹਾਂ ਉੱਥੇ ਗਾਜ਼ੀਪੁਰ ਹੈਗਾ ਜੀ ਉੱਥੇ ਉਹ ਮਹਿੰਦਰ ਸਿੰਘ ਟਕੈਤ ਹੁੰਦੇ ਸੀ ਕਿ ਬਹੁਤ ਵੱਡੇ ਲੀਡਰ ਹੋਏ ਹਿੰਦੁਸਤਾਨ 'ਚ ਕਿਸਾਨਾਂ ਦੇ 1987 'ਚ ਉਹਨਾਂ ਨੇ 30 ਦਿਨ ਇੱਦਾਂ ਹੀ ਦਿੱਲੀ ਨੂੰ ਘੇਰ ਕੇ ਰੱਖਿਆ ਸੀਗਾ ਤੇ ਜਿੱਤ ਹਾਸਲ ਕਰਕੇ ਵਾਪਸ ਗਏ ਸੀ ਲੋਕ ਕਿਸਾਨ ਜੀ ਪੰਜਾਬ 'ਚ ਵੀ ਬਹੁਤ ਵੱਡੀ ਗਿਣਤੀ 'ਚੋਂ ਸ਼ਾਮਲ ਹੋਏ ਸੀ ਤੇ ਅੱਜ ਵੀ ਹੁਣ ਕਿਉਂਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਦਾ ਪੁੱਤਰ ਹੈ ਰਕੇਸ਼ ਟਕੈਤ ਉਹਦੀ ਅਗਵਾਈ 'ਚ ਗਾਜ਼ੀਪੁਰ 'ਚ ਉੱਤਰ ਪ੍ਰਦੇਸ਼ ਤੋਂ ਔਰ ਨਾਲ ਦੇ ਰਾਜਾਂ ਤੋਂ ਆ ਕੇ ਲੋਕ ਬਹੁਤ ਸਾਰੇ ਬੈਠੇ ਨੇ ਜੀ। ਇੱਥੇ ਜਿਹੜਾ ਮੇਧਾ ਪਾਟੇਕਰ ਇੱਕ ਬਹੁਤ ਵੱਡੀ ਸਾਡੇ ਸੋਸ਼ਲ ਐਕਟੀਵਿਸਟ ਹੈਗੀ ਉਹਦੀ ਅਗਵਾਈ 'ਚ ਜਿਹੜੀ ਨਰਮਦਾ ਬਚਾਓ ਉਹਦੀ ਅਗਵਾਈ 'ਚ ਜਿਹੜਾ ਹੈਗਾ ਉਹ ਉੱਤਰ ਪ੍ਰਦੇਸ਼ ਦੇ ਬਾਰਡਰ ਦੇ ਉੱਤੇ ਲਗਾਤਾਰ ਧਰਨਾ ਵੀ ਚੱਲ ਰਿਹਾ ਹੈ ਔਰ ਉਹਨੇ ਭੁੱਖ ਹੜਤਾਲ ਰੱਖੀ ਹੋਈ ਹੈ। ਮਤਲਬ ਅਸੀਂ ਕਹਿ ਸਕਦੇ ਕਿ ਇਸ ਵੇਲੇ ਇਹ ਪੰਜਾਬ ਦੇ ਲੋਕਾਂ ਦਾ ਨਹੀਂ ਕਿ ਸੰਘਰਸ਼ ਇਕੱਲਾ ਜੀ
ਪੰਜਾਬ ਦੇ ਲੋਕਾਂ ਦਾ, ਕਿਉਂਕਿ ਸਿਰਕੱਢ ਰੋਲ ਠੀਕ ਹੈ ਪੰਜਾਬ ਦੀਆਂ ਜਥੇਬੰਦੀਆਂ ਔਰ ਪੂਰੇ ਹਿੰਦੁਸਤਾਨ ਦੀਆਂ ਜੀ ਜਿੰਨੀਆਂ ਕਿਸਾਨ ਜਥੇਬੰਦੀਆਂ ਹੈ ਉਹ ਇਸ ਵੇਲੇ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਵੀ ਕੋਲ ਰਹੀਆਂ ਹੈ ਜੀ, ਕਿਉਂਕਿ ਸਾਰਿਆਂ ਨੇ ਕਹਿਤਾ ਹੈ ਕਿ ਜੋ ਪੰਜਾਬ ਦੇ ਕਿਸਾਨ ਆਗੂ ਫੈਸਲਾ ਲੈਣਗੇ ਸਾਡਾ ਉਹੀ ਹੋਊਗਾ ਜੀ, ਪਰ ਪੰਜਾਬ ਨਹੀਂ ਇਕੱਲਾ ਹੈ, ਇਸ ਵੇਲੇ ਹਰਿਆਣੇ ਤੋਂ ਬਹੁਤ ਵੱਡੀ ਗਿਣਤੀ 'ਚ ਲੋਕ ਆ ਗਏ। ਅਸੀਂ ਗੱਲ ਕਰ ਰਹੇ ਸੀ ਕਿ ਯੂਪੀ ਤੋਂ ਕਿਉਂ ਨਹੀਂ ਆ ਰਹੇ, ਤੇ ਫਿਰ ਯੂਪੀ ਤੋਂ ਵੀ ਹੁਣ ਚਲੋ ਹਾਂ, ਹਾਂ। ਭਾਵੇਂ ਗਿਣਤੀ ਥੋੜੀ ਨਹੀਂ, ਹੈ। ਮੈਂ ਤੁਹਾਨੂੰ ਦੱਸਣਾ ਕਿੱਦਾਂ ਹੋਇਆ ਜੀ। ਜਿਵੇਂ ਹਰਿਆਣੇ ਤੋਂ ਕੀ ਆ, ਪਹਿਲਾਂ ਭੁਲੇਖਾ ਸੀ ਕਿ ਹਰਿਆਣੇ ਤੋਂ ਕੋਈ ਜਾ ਹੀ ਰਿਹਾ, ਜੀ। ਹਰਿਆਣੇ ਤੋਂ ਬਹੁਤ ਵੱਡੀ ਗਿਣਤੀ ਜਾ ਰਹੀ ਹੈ। ਉੱਥੇ ਪਹਿਲਾਂ ਤਾਂ ਕਿਸਾਨ ਜਥੇਬੰਦੀਆਂ ਆਈ ਹੋਈਆਂ ਸਨ, ਜੀ। ਹੁਣ ਅੱਜ ਇੱਕ ਵਿਧਾਇਕ ਹੈ ਸਾਗਵਾਨ, ਜਿਹੜਾ ਚੇਅਰਮੈਨ ਵੀ ਸੀ ਇਸ ਜੀ। ਸਰਕਾਰ 'ਚ, ਉਹਨੇ ਆਪਣਾ ਅਸਤੀਫਾ ਦਿੱਤਾ ਗਾ ਔਰ ਇਹਨਾਂ ਦੇ ਗੱਠਜੋੜ ਨਾਲ ਵੱਖ ਹੋ ਗਿਆ ਜੀ, ਔਰ ਉਹਨੇ ਕਿਹਾ ਕਿ ਮੈਂ ਖਾਪ ਪੰਚਾਇਤ ਵਾਲੀ ਜੀ ਬਹੁਤ ਵੱਡੀ ਇੱਕ ਸੰਸਥਾ ਹੈ ਹਰਿਆਣੇ 'ਚ ਕਿਸਾਨਾਂ ਦੀ, ਜੀ, ਉਹ ਸਾਰੇ ਉੱਥੇ ਜਾ ਕੇ ਹੋਣਗੇ। ਇਹ ਮੈਂ ਕਹਿੰਦਾ ਬੜੀ ਵੱਡੀ ਇੱਕ ਹੋਰ ਪ੍ਰਾਪਤੀ ਹੈਗੀ ਇਸ ਕਿਸਾਨ ਅੰਦੋਲਨ ਦੀ। ਇੱਥੇ ਹੀ ਰਾਜਸਥਾਨ ਦੇ ਜਿਹੜਾ ਉਹ ਗੰਗਾਨਗਰ, ਸਿਕਰੀ, ਹਨੂਮਾਨਗੜ੍ਹ ਤੋਂ ਲੈ ਕੇ ਜੈਪੁਰ ਤੱਕ ਜੀ, ਇੱਕ ਬਹੁਤ ਵੱਡੀ ਲੇਨ ਹੈ ਜਿੱਥੇ ਕਿਸਾਨ ਖੇਤੀ ਕਰਦੇ ਆ ਬਹੁਤ ਵੱਡੀ, ਉੱਥੋਂ ਵੀ ਬੜੀ ਗਿਣਤੀ 'ਚ ਕਿਸਾਨ ਉਧਰ ਆ ਰਹੇ ਹੈਗੇ। ਜੀ, ਉੱਤਰ ਪ੍ਰਦੇਸ਼ 'ਚ ਜਿਹੜਾ ਗਾਜ਼ੀਪੁਰ ਤੇ ਹੋਰ 3-4 ਉੱਥੇ ਸਟੇਸ਼ਨ ਹੈਗੇ ਜੀ, ਵੱਖ-ਵੱਖ ਲੰਘੇ, ਉੱਥੇ ਕਾਫੀ ਵੱਡੀ ਗਿਣਤੀ 'ਚ ਆਏ ਹੋਏ ਨੇ। ਬਹੁਤ ਸਾਰੇ ਲੋਕਾਂ ਨੂੰ ਆਗਰੇ 'ਚ ਜਾਂ ਹੋਰ ਥਾਵਾਂ ਤੇ ਰੁਕਿਆ ਵੀ ਹੈ ਜੀ। ਮੱਧ ਪ੍ਰਦੇਸ਼ ਤੋਂ ਜਿਵੇਂ ਬਹੁਤ ਸਾਰੇ ਲੋਕ ਆਉਣਾ ਚਾਹੁੰਦੇ ਸੀ, ਪਰ ਉਹਨਾਂ ਨੂੰ ਪਿੱਛੇ ਰੁਕੇ। ਮੱਧ ਪ੍ਰਦੇਸ਼ ਦੀ ਆਪਾਂ ਗੱਲ ਇਸ ਕਰਕੇ ਜਿਹੜਾ ਇਹ ਕਹਿ ਸਕਦਾ ਕਿ ਇਸ ਵੇਲੇ ਕਿ ਪੰਜਾਬ ਦੇ ਲੋਕ ਹੀ ਨਹੀਂ ਇਕੱਲੇ, ਦਿੱਲੀ ਘੇਰ 'ਚ ਵੱਖ-ਵੱਖ ਰਾਜਾਂ ਦੇ ਕਿਸਾਨ ਆਗੂ ਤੇ ਕਿਸਾਨ ਆ ਕੇ ਵੱਡੀ ਗਿਣਤੀ ਸ਼ਾਮਲ ਹੋ ਰਹੇ ਨੇ ਜੀ, ਔਰ ਇਹ ਲਗਾਤਾਰ ਗਿਣਤੀ ਵੱਧ ਰਹੀ ਹੈ। ਪੰਜਾਬ ਤੋਂ ਵੀ ਇਹ ਨਹੀਂ ਕਿ ਜਿਹੜੇ 25-26 ਨੂੰ ਬਾਕੀ ਉਹੀ ਨੇ ਜੀ। ਤੁਸੀਂ ਅੱਜ ਵੀ ਦੇਖੋ ਸੜਕਾਂ ਦੇ ਉੱਪਰ ਤੁਹਾਨੂੰ ਟਰਾਲੀਆਂ ਮਿਲਦੀਆਂ, ਉਹ ਟਰਾਲੀਆਂ 'ਚ ਨਵੇਂ ਲੋਕ ਜਾ ਰਹੇ ਹੈਗੇ, ਉੱਥੇ ਨਵੇਂ ਸ਼ਾਮਲ ਹੋ ਰਹੇ ਹੈਗੇ ਜੀ। ਇੱਦਾਂ ਹੀ ਵੱਖ-ਵੱਖ ਰਾਜਾਂ ਜਾ ਕੇ ਉੱਥੋਂ ਵੀ ਬਹੁਤ ਵੱਡੀ ਗਿਣਤੀ ਨਵੇਂ ਲੋਕ ਸ਼ਾਮਲ ਹੋ ਰਹੇ, ਹੋਰ ਆ ਰਹੇ ਨੇ ਜੀ। ਅੱਛਾ, ਜਦੋਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਨਰੋਜ਼ ਕਿਸਾਨਾਂ ਦਾ ਸੰਘਰਸ਼ ਹੋ ਗਿਆ ਹੁਣ ਇਹ, ਪਰ ਕਈ ਵਾਰ ਹੁੰਦਾ ਨਾ, ਦੇਖੋ ਅੱਜ ਉਹਨਾਂ ਨੇ ਬੁਲਾਇਆ ਵੀ ਆ 3 ਵਜੇ, ਤੇ ਲਗਾਤਾਰ ਚਾਹੇ ਉਹ ਖੇਤੀਬਾੜੀ ਮਿਨਿਸਟਰ ਹੋਣ, ਚਾਹੇ ਉਹ ਕਾਸ਼ੀ ਤੋਂ ਆਪਣੇ PM ਜੀ ਹੁਣੀ ਕਹਿਣ ਕਿ ਸਾਡੀ ਤਾਂ ਜਿਹੜੀ ਇੰਟੈਂਸ਼ਨ ਹੈ ਜੀ ਉਹ ਗੰਗਾ ਦੀ ਤਰ੍ਹਾਂ ਪਿਓਰ ਹੈ, ਅਸੀਂ ਤਾਂ ਸਾਡੇ ਕਿਸਾਨ ਹੈ ਇਹ ਮੰਨਦੇ ਨਹੀਂ ਗੇ, ਕਾਨੂੰਨ ਜਿਹੜੇ ਇਹਨਾਂ ਦੇ ਹੱਕ ਵਿੱਚ ਆ। ਹੁਣ ਫਿਰ ਇਹ ਗੱਲ ਤੋਂ ਕੀ ਨਤੀਜਾ ਨਿਕਲੂ, ਕਿਉਂਕਿ ਲਗਾਤਾਰ ਜਿਹੜੇ ਬਿਆਨ ਹੈ ਇਹਨਾਂ ਦੇ ਇਸ ਤਰੀਕੇ ਨਾਲ ਨਹੀਂ ਹੈਗੇ ਕਿ ਕੋਈ ਪੈਸੀਫਾਈ ਕਰਨਗੇ, ਕੋਈ ਗੱਲਬਾਤ ਕਰਨਗੇ। ਲਗਾਤਾਰ ਬਿਆਨਾਂ ਤੋਂ ਤਾਂ ਇਹ ਲੱਗ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਅਸੀਂ ਸਮਝਾ ਦੇਵਾਂਗੇ ਇਹਨਾਂ ਨੂੰ। ਨਹੀਂ, ਦੇਖੋ ਕਿਸਾਨ ਆਗੂਆਂ ਨੇ ਬੜਾ ਕਲੀਅਰ ਕੀਤਾ ਜੀ ਕਿ ਜਿਹੜਾ ਪ੍ਰਧਾਨ ਮੰਤਰੀ ਨੇ ਕਿਹਾ ਨਾ ਕਿ ਸਾਡੀ ਨੀਅਤ ਗੰਗਾ ਵਰਗੀ ਸਾਫ਼ ਹੈ, ਉਹ ਕਹਿੰਦੇ ਨਹੀਂ, ਇਹ ਹੁਣ ਵਰਗੀ ਗੰਗਾ ਵਰਗੀ ਮੈਲੀ ਹੈ ਨੀਤ ਇਹਨਾਂ ਦੀ ਉਹ ਮੈਲੀ ਹੈ ਜੀ, ਸਾਫ਼ ਨਹੀਂ ਹੈਗੀ, ਕਿਉਂਕਿ ਜੇ ਗੰਗਾ ਸਾਫ਼ ਨਹੀਂ ਰਹੀ ਤਾਂ ਨੀਤ ਵੀ ਸਾਫ਼ ਨਹੀਂ ਰਹੀ ਇਹਨਾਂ ਦੀ। ਨੀਤ ਸਾਫ਼ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਇੱਕ ਪਾਸੇ ਲੋਕ ਕਹਿ ਰਹੇ ਕਿ ਜਦੋਂ ਅਸੀਂ ਮੰਗੇ ਨਹੀਂ, ਤੁਸੀਂ ਸਾਨੂੰ ਧੱਕੇ ਨਾਲ ਕੋਈ ਚੀਜ਼ ਕਿਉਂ ਦੇ ਰਹੇ ਹੋ ਜੀ, ਪਹਿਲੀ ਗੱਲ। ਸੈਕਿੰਡ ਗੱਲ ਇਹ ਹੈ ਕਿ ਕਿਸਾਨ ਆਗੂ ਲਗਾਤਾਰ ਕਹਿ ਰਹੇ ਸਾਡੇ ਨਾਲ ਗੱਲ ਕਰੋ। ਪਹਿਲੇ ਪਿਛਲੀ ਮੀਟਿੰਗ 'ਚ ਉਹਨਾਂ ਨੇ ਬਕਾਇਦਾ 3 ਘੰਟੇ 'ਚ ਕੱਲੀ ਗੱਲ ਆਪਣੀ ਉਹਨਾਂ ਨੂੰ ਦੱਸੀ, ਆਹ ਸਾਡਾ ਮਸਲਾ ਹੈ, ਕਾਨੂੰਨਾਂ ਦੀ ਆਹ ਗੱਲ ਤੇ ਸਾਨੂੰ ਇਤਰਾਜ਼ ਹੈ। ਉਸ ਤੇ ਕਿਸੇ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਜੀ। ਹੁਣ ਦੱਸੋ ਵੀ ਤੁਸੀਂ ਇਹ ਕਹਿਣਾ ਕਿ ਜੇ ਕਿਸਾਨਾਂ ਦੇ ਭਲੇ ਲਈ ਹੈ, ਅਸੀਂ ਤਾਂ ਕਿਸਾਨਾਂ ਦੀ ਬੜੀ ਹਮਦਰਦੀ ਹਾਂ, ਅਸੀਂ ਤਾਂ ਕਿਸਾਨਾਂ ਤੋਂ ਬਿਨਾਂ ਜਿਉ ਹੀ ਨਹੀਂ ਸਕਦੇ। ਇਹ ਭਾਵੁਕ ਗੱਲਾਂ ਦਾ ਮਤਲਬ ਕੀ ਹੈਗਾ? ਜਦੋਂ ਤੁਹਾਡੇ ਸਾਹਮਣੇ ਇੱਕ ਕਾਨੂੰਨਾਂ ਬਾਰੇ ਠੋਸ ਕਿਸਾਨ ਜਥੇਬੰਦੀ ਨੇ 3-4 ਘੰਟੇ 3.5 ਘੰਟੇ ਲਾ ਕੇ ਇੱਕ ਗੱਲ ਰੱਖੀ ਜੀ, ਤੁਸੀਂ ਉਹਦਾ ਪੜਾਵਾਰ ਜਵਾਬ ਦਿਓ, ਬਿਲਕੁਲ ਨੁਕਤਾਦਾਰ ਨੁਕਤਾ ਜਵਾਬ ਦਿਓ। ਇਸ ਦੀ ਬਜਾਏ ਉਹ ਆਪਣੀ ਤਕੜਮਬਾਜ਼ੀ ਤੇ ਲੱਗੇ ਹੈਗੇ ਜੀ। ਔਰ ਦੇਖੋ ਸਿੱਧੀ ਗੱਲ ਹੈ, ਕਿਸਾਨ ਤਾਂ ਇਹ ਕਹਿ ਰਿਹਾ ਹੈ ਕਿ ਜੀ ਇਹ ਸਾਨੂੰ ਖੇਤੀ 'ਚ ਕੱਢ ਕੇ ਕਾਰਪੋਰੇਟ ਸੈਕਟਰ ਦੇ ਹੱਥ 'ਚ ਦੇਣਾ ਚਾਹੁੰਦੇ ਨੇ, ਕਿਉਂ ਨਹੀਂ? ਉਹ ਕਹਿੰਦੇ ਕਿ ਨਹੀਂ ਦੇਣਾ ਚਾਹੁੰਦੇ ਜੀ। ਇਹ ਜੇ ਉਹਨਾਂ ਦੀ ਨੀਅਤ ਸਾਫ਼ ਹੈ ਤੇ ਕਹਿਣਾ ਕਿ ਅਸੀਂ ਕਾਰਪੋਰੇਟ ਸੈਕਟਰ ਨੂੰ ਇੱਥੇ ਬਣਨ ਨਹੀਂ ਦਿਆਂਗੇ, ਸਾਡੇ ਕਾਨੂੰਨ 'ਚ ਕਿਤੇ ਨੁਕਸ ਤਾਂ ਲੱਗਦਾ ਅਸੀਂ ਦੂਰ ਕਰਦੇ ਹਾਂ। ਐਕਚੁਅਲੀ ਗੱਲਬਾਤ ਦਾ ਸਾਫ਼ ਨੀਤੀ ਇਹ ਹੁੰਦੀ ਹੈ ਕਿ ਉਹ ਕਹਿਣ ਕਿ ਕਿਸਾਨੋਂ ਦੱਸੋ, ਨੁਮਾਇੰਦੇ ਭੇਜੋ ਸਾਡੇ ਸਿਆਣੇ ਬੰਦੇ, ਉਹ ਸਾਰੇ ਨੁਕਤਾ ਨਿਗਾਹ ਤੋਂ ਦੱਸਣ, ਉਂਗਲ ਰੱਖਣ, ਜਿਸ ਤੇ ਉਂਗਲ ਰੱਖਣਗੇ ਵਿਚਾਰ ਕਰਕੇ ਦੂਰ ਕਰਾਂਗੇ। ਗੱਲਬਾਤ ਦਾ ਬੂਹਾ ਖੋਲ ਹੀ ਨਹੀਂ ਰਿਹਾ। ਗੱਲ ਤਾਂ ਇਹੀ ਹੈ ਨਾ ਕਿ ਜਦੋਂ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ, ਹੁਣ ਦੇਖੋ 26-27 ਨੂੰ ਅਮਿਤ ਸ਼ਾਹ ਹੁਣੀ ਕਹਿੰਦੇ ਜੀ ਬਹੁਤ ਠੰਡ ਹੈ, ਤੁਹਾਨੂੰ ਪਤਾ ਨਹੀਂ ਸੀ ਠੰਡ ਹੈ, ਤਾਂ ਫਿਰ ਤੁਸੀਂ 3 ਦਸੰਬਰ ਦਾ ਕਿਉਂ ਦਬਾ ਰਹੇ ਹੋ? ਤਾਂ ਉਦੋਂ ਵੀ ਨਹੀਂ, ਜਦੋਂ ਤੁਸੀਂ 5 ਜੂਨ ਨੂੰ ਇਹ ਪਾਸ ਕੀਤਾ ਸੀ, ਉਹਦੇ ਬੜੀ ਵੱਡੀ ਕਰੋਪੀ ਸੀ ਹਿੰਦੁਸਤਾਨ 'ਚ, ਉਹ ਕਰੋਪੀ ਦੇ ਵਿੱਚ ਤੁਸੀਂ ਇਹ ਪਾਸ ਕੀਤੇ ਤੇ ਹੁਣ ਠੰਡ ਤੋਂ ਤੁਹਾਨੂੰ ਬੜਾ ਸਤਾ ਰਹੀ ਹੈ। ਤੇ ਗੱਲ ਉਹੀ ਗੱਲ ਹੈ ਨਾ ਕਿ ਗੱਲਬਾਤ ਲਈ ਜਦੋਂ ਬਾਰ-ਬਾਰ ਅਸੀਂ ਜਾ ਰਹੇ ਹਾਂ, ਉਦੋਂ ਤੁਸੀਂ ਦਰਵਾਜ਼ਾ ਹੀ ਨਹੀਂ ਖੋਲ ਰਹੇ ਗੱਲਬਾਤ। ਅਜੇ ਤੱਕ ਇਹਨਾਂ ਨਰਿੰਦਰ ਸਿੰਘ ਤੋਮਰ ਨੂੰ ਨਹੀਂ ਬੈਠ ਰਹੇ। ਦੇਖੋ ਗੱਲਬਾਤ ਕਹਿ ਰਹੇ ਪਰ ਕਹਿੰਦੇ ਅਸੀਂ ਕਾਨੂੰਨਾਂ ਦੀ ਗੱਲ ਨਹੀਂ ਕਰਨੀ, ਕਾਨੂੰਨਾਂ ਤੇ ਗੱਲ ਨਹੀਂ। ਜੇ ਕਾਨੂੰਨਾਂ ਤੇ ਗੱਲ ਨਹੀਂ ਕਰਦੇ ਗੱਲਬਾਤ ਹੋ ਕਰਦੀ ਹੈ।
ਕਿਸਾਨ ਇਸੇ ਗੱਲ ਤੇ ਅੜੇ ਹੋਇਆ ਹੈ ਕਿ ਅਸੀਂ ਕਾਨੂੰਨ ਵਾਪਸ ਲਏ ਬਿਨਾਂ ਨਾਸ ਨਹੀਂ ਜਾਣਾ। ਹੁਣ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਟਿਕਟਬਾਜ਼ੀ ਨਾਲ ਜੀ ਤੈਨੂੰ ਪਹਿਲਾਂ ਦੱਸਿਆ ਜੀ ਵੀ ਉਹਨਾਂ ਦੀ ਇੱਕ ਟਿਕਟਬਾਜ਼ੀ ਸੀ ਵੀ ਇਹਨਾਂ ਨੂੰ ਬਰਾਰੀ ਚ ਲੈ ਜਾਓ ਉੱਥੇ ਬੈਠੇ ਰਹਿਣਗੇ, ਆਪੇ 2-3 ਮਹੀਨੇ ਬਾਅਦ ਥੱਕ ਤੁੱਕ ਕੇ ਕੰਮ ਚਲੇ ਜਾਣਗੇ। ਉਹ ਹੁਣ ਵੀ ਕੀ ਹੈ ਗੱਲਬਾਤ ਜੋ ਸੈਂਟਰ ਵੱਲੋਂ ਆ ਰਹੀ ਹੈ, ਮੇਰਾ ਆਪਣਾ ਖਿਆਲ ਹੈ ਉਹ ਸਿਰਫ ਟਾਈਮ ਕਿਲਿੰਗ ਸਮਾਂ ਲਗਾਉਣ ਦੀ ਗੱਲ ਹੈ, ਤੇ ਦੂਸਰਾ ਇਹਨਾਂ ਨੂੰ ਕਿਸੇ ਨਾ ਕਿਸੇ ਨਾਲ ਥੜਕਾਉਣ ਦੀ ਗੱਲ ਹੈ। ਇਹਨਾਂ ਚੋਂ ਕਿਸੇ ਨਾ ਕਿਸੇ ਕੱਚੇ ਪੋਲੇ ਬੰਦੇ ਲੱਭਣ ਦੀ ਲੋੜ ਹੈ ਇਸ ਉਮੀਦ ਚ ਵੀ ਕੁਝ ਕੱਚੇ ਬੰਦੇ ਲੱਭ ਕੇ ਉਹਨਾਂ ਨੂੰ ਪਾਸੇ ਕੀਤਾ ਜਾਵੇ। ਇਸ ਤਰ੍ਹਾਂ ਦੇ ਉਹ ਯਤਨ ਕਰ ਰਹੇ ਹੈਗੇ, ਪਰ ਲੱਗਦਾ ਕਿ ਐਤਕੀ ਜਿੰਨੀ ਏਕਤਾ ਹੋ ਰਹੀ ਹੈ, ਮੈਂ ਤੁਹਾਨੂੰ ਹੋਰ ਗੱਲ ਦੱਸਦਾ। ਐਤਕੀ ਵਾਰ ਕੀ ਹੋਏਗਾ, ਜਿਵੇਂ ਪਹਿਲਾਂ ਸੀ ਕਿ ਪੰਜਾਬ ਤੇ ਹਰਿਆਣੇ ਦੀ ਗੱਲ ਇੱਕ ਦੂਜੇ ਦੇ ਖਿਲਾਫ ਖੜੇ ਕਰ ਦਿੱਤਾ ਸੀ, ਐਤਕੀ SYL ਦਾ ਕੋਈ ਰੌਲਾ ਨਹੀਂ, ਕੋਈ ਹੋਰ ਕਿਸੇ ਦਾ ਰੌਲਾ ਨਹੀਂ। ਪੰਜਾਬ ਹਰਿਆਣਾ ਦੋਨਾਂ ਦੇ ਕਿਸਾਨ ਬਾਂਹ ਪਾ ਕੇ ਖੜੇ ਉੱਥੇ। ਇਸ ਤਰ੍ਹਾਂ ਬਾਕੀ ਹਿੰਦੁਸਤਾਨ ਦੇ ਲੋਕਾਂ ਨਾਲ ਇੱਕ ਕਲਿਕੜੀ ਬਣ ਗਈ ਸਾਰੇ ਰਾਜਾਂ ਦੇ ਕਿਸਾਨਾਂ ਦੀ। ਇਹ ਏਕਤਾ ਜਿਹੜੀ ਮਜ਼ਬੂਤ ਹੋਈ ਹੈ ਨਾ ਕਿਸਾਨਾਂ ਦੀ, ਇਹ ਕਿਸਾਨ ਜਥੇਬੰਦੀਆਂ ਦੀ ਆਪਸੀ ਨੇੜਤਾ ਲਿਆਉਣ 'ਚ ਬੜਾ ਰੋਲ ਅਦਾ ਕਰ ਰਹੀ ਹੈ। ਜਿਵੇਂ ਪੰਜਾਬ ਦੇ ਕਈ ਜਥੇਬੰਦੀਆਂ ਪਹਿਲਾਂ ਬੜੀਆਂ ਇੱਕ ਦੂਜੇ ਤੋਂ ਪਾਸੇ ਹੋ ਕੇ ਚੱਲ ਰਹੀਆਂ ਸੀ, ਬਹੁਤਾ ਸਹਿਯੋਗ ਨਾਲ ਨਹੀਂ ਸੀ, ਪਰ ਹੁਣ ਜਦੋਂ ਦੇ ਉਸ ਮੋਰਚੇ ਜਾ ਕੇ ਖੜੇ ਹੈ, ਮੇਰੇ ਖਿਆਲ 'ਚ ਉਹਦਾ ਸਹਿਯੋਗ ਬਹੁਤ ਵੱਡੀ ਗਿਣਤੀ 'ਚ ਵਧਿਆ ਗਿਆ। ਉਹ ਮਹਿਸੂਸ ਵੀ ਕਰ ਰਿਹਾ, ਹੁਣ ਪਲ ਪਲ ਤੇ ਇੱਕ ਦੂਜੇ ਨਾਲ ਆਪਣੀ ਗੱਲ ਸਾਂਝੀ ਕਰਦੇ, ਪਲ ਪਲ ਤੇ ਸਾਂਝੇ ਫੈਸਲੇ ਲੈਣ ਲਈ ਇੱਕ ਦੂਜੇ ਨਾਲ ਸਹਿਯੋਗ ਕਰਦੇ। ਸਭ ਤੋਂ ਮੇਜਰ ਜੀ ਗੱਲ ਇਹ ਗੱਲ ਹੈ ਕਿ ਜਿਹੜੇ ਤੁਸੀਂ ਟਰਾਂਸਪੇਰੈਂਸੀ ਦੇਖੋ, ਕਿੰਨੀ ਪਾਰਦਰਸ਼ਤਾ ਆ, ਉੱਥੇ ਖੜ ਕੇ ਉੱਥੇ ਸਾਰਿਆਂ ਦੇ ਵਿੱਚ ਫੈਸਲੇ ਸੀ ਮਿੰਟੋ ਮਿੰਟ ਲੈ ਰਹੇ ਨੇ। ਬਿਲਕੁਲ ਲੱਗਦਾ ਇਹ ਰਿਹਾ ਹੈ ਕਿ ਸਾਡਾ ਜਿਹੜਾ ਸੰਘਰਸ਼ ਹੈ ਉਹ ਅਜੇ ਲੰਮਾ ਚੱਲੇਗਾ, ਕਿਉਂਕਿ ਇਹ ਸੰਘਰਸ਼ ਨੂੰ ਲਗਾਤਾਰ ਤਾਰਪੀਡੋ ਕਰਨ ਦੀ ਜਿਹੜੀ ਗੱਲ ਹੈ ਉਹ ਕੇਂਦਰ ਸਰਕਾਰ ਛੱਡ ਨਹੀਂ ਰਹੀ। ਸੋ ਅਸੀਂ ਇਸ ਮੁੱਦੇ ਦੇ ਉੱਤੇ ਆਪਣੀ ਨਿਗਾਹ ਪੂਰੀ ਤਰ੍ਹਾਂ ਬਣਾਈ ਰੱਖੀ ਹੈ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਫਿਰ ਮਿਲਾਂਗੇ ਕਿਸੇ ਪ੍ਰੋਗਰਾਮ 'ਤੇ, ਕਰਾਂਗੇ ਇਸ ਵਿਸ਼ੇ ਦੇ ਉੱਤੇ ਚਰਚਾ। ਧੰਨਵਾਦ।